सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। चक्र चिन्ह अर बरन जात अत नहन जे रूप रंग अर रेख पेख को कह ना सकत के। अचल मूर्त अनभव प्रकाश अमितोज कहीजै ओट इंद्र इंद्राण साहे साण गणिजै। त्रिभुवन महीप सुर नर असुर नेत नेत बन तृण कहत। त्वै सर्व नाम कथै कवन कर्म नाम वर्णत सुमत। दीन दर्द निवार ठाकुर राखै जन की आप। तरन तारण हर नित दुख ना सकै व्याप। साधु संग भजो गोपाल आन संजम किश ना सूझै। एह जतन काट कल काल राव। आद अंत दयाल पूरण तिस बिना नहीं कोय। जन्म मरण निवार हर जप सिमर सुआमी सोय। वेद सिमरत कथै सासत भगत करह विचार। मुक्त पाइयै साध संगत बिनस जाए अंधार। चरण कमल आधार जन का रास पूंजिए। ताण मान दीवान साचा नानक की प्रवटे। चरण कमल आधार जन का रास पूंजिए। ताण मान दीवान साचा नानक की प्रवटे को। सतनाम श्री वाहिगुरु साहिब जिया। जहाँ पाक जबरदस्त जहाँ पाक जबर सत जाहर जहूरा। ओ जामी देहो हम चू हाजर हजूरा। वाहिगुरु जी का खालसा वाहिगुरु जी की फतेह। सतगुਰਾਂ ਦੀ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸ਼ਮਸ਼ੇਰੇ ਬਹਾਦਰ ਦੇਗ ਤੇਗ ਦੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਰੇ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ। ਅਬ ਆਨ ਕੀ ਆਸ ਨਿਰਾਸ ਭਈ ਕਲਗੀਧਰ ਬਾਸ ਕੀਓ ਮਨ ਮਾਹੀ। ਮੈਨੂੰ ਹੋਰ ਕਿਸੇ ਦੀ ਆਸ ਨਹੀਂ ਰਹਿ ਗਈ। ਮੇਰੇ ਮਨ ਵਿੱਚ ਇੱਕੋ ਤੇ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਾਰੀ ਵਸੇ ਹੋਏ ਆ। ਉਹੀ ਮੇਰੇ ਲੋਕ ਔਰ ਪਰਲੋਕ ਦੇ ਰਾਖੇ ਹਨ, ਹਲਤ ਪਲਤ ਦੇ ਰਾਖੇ ਹਨ, ਸਦਾ ਬਖਸ਼ਿੰਦ ਹਨ, ਮਿਹਰਾਂ ਦੇ ਸਾਈਂ ਹਨ, ਰਹਿਮਤਾਂ ਦੇ ਭੰਡਾਰ ਹਨ, ਜਿਨ੍ਹਾਂ ਨੇ
ਖਾਲਸੇ ਨੂੰ ਆਪਣਾ ਰੂਪ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ। ਮਹਾਰਾਜ ਨੇ ਆਪਣੀ ਸੰਗਤ ਨੂੰ ਆਪਣਾ ਖਾਲਸਾ ਬਣਾ ਲਿਆ ਤੇ ਹੁਕਮ ਦਿੱਤਾ, ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚੱਲਣਾ ਹੈ। ਖਾਲਸਾ ਪੰਥ ਤੇ ਗੁਰੂ ਗ੍ਰੰਥ ਗੁਰੂ ਰੂਪ ਇੱਕ ਰੂਪ ਵਰਤਣੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਾਤਾਂ ਦਿੱਤੀਆਂ। ਸੰਸਾਰ ਦੇ ਵਿੱਚ ਐਸਾ ਅਵਤਾਰ ਪੀਰ ਪੈਗੰਬਰ ਔਲੀਆ ਆਉਣਾ ਮੁਸ਼ਕਿਲ ਹੈ ਜੋ ਆਪਣੇ ਸੇਵਕਾਂ ਨੂੰ ਆਪਣਾ ਰੂਪ ਬਣਾ ਲਵੇ। ਸਤਿਗੁਰਾਂ ਨੇ ਖਾਲਸਾ ਮੇਰਾ ਰੂਪ ਹੈ ਖਾਸ ਦਾ ਮਾਣ ਸਾਨੂੰ ਦਿੱਤਾ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਸ੍ਰੀ ਜਾਪ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਪਹਿਲੀ ਬਾਣੀ ਜਾਪ ਸਾਹਿਬ ਹੈ ਜੋ ਖਾਲਸੇ ਦਾ ਨਿਤਨੇਮ ਹੈ। ਰੋਜ਼ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਜਾਪ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਸਵਈਏ ਚੌਪਈ ਤੇ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਨਿਤਨੇਮ ਦੀ ਇਹ ਮਰਜ਼ਾਦਾ ਹੈ ਖਾਲਸੇ ਪੰਥ ਦੀ। ਉਸ ਤੋਂ ਵੱਧ ਜਿਤਨੀ ਜ਼ਿਆਦਾ ਕੋਈ ਬਾਣੀ ਪੜ੍ਹੇ ਮੁਬਾਰਕ। ਔਰ ਸ਼ਾਮ ਨੂੰ ਵੀ ਰਹਿਰਾਸ ਦਾ ਪਾਠ ਹੁੰਦਾ ਹੈ। ਅੱਧੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹੀ ਜਾਂਦੀ ਹੈ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੇ ਉਸ ਤੋਂ ਬਾਅਦ ਫਿਰ ਦਸਮ ਦੀ ਬਾਣੀ ਪੜ੍ਹਦੇ ਹਾਂ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਦਸਵੇਂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਜਾਪ ਸਾਹਿਬ ਜੋ ਉਚਾਰਨ ਕੀਤਾ, ਅਕਾਲ ਪੁਰਖ ਦੇ ਬੇਅੰਤ ਵਿਚਿੱਤਰ ਵਿਲੱਖਣ ਨਾਂ ਲੈ ਲੈ ਕੇ ਨਮਸਕਾਰ ਕੀਤੀ ਹੈ। ਫਿਰ ਅਕਾਲ ਉਸਤਤ ਪਰਮਾਤਮਾ ਜੋ ਕਾਲ ਤੋਂ ਪਰੇ ਹੈ, ਹਿਸਟਰੀ ਤੋਂ ਪਰੇ ਹੈ, ਜਿਹਦਾ ਆਦ ਔਰ ਅੰਤ ਬਿਆਨ ਨਹੀਂ ਹੋ ਸਕਦਾ, ਜਿਹੜਾ ਸਮੇਂ ਤੋਂ ਵੀ ਪਰੇ ਹੈ, ਉਸ ਨੂੰ ਅਕਾਲ ਕਹਿੰਦੇ ਹਨ। ਉਸ ਅਕਾਲ ਦੀ ਉਸਤਤ ਕੀਤੀ ਹੈ। ਪ੍ਰਣਵੋ ਆਦ ਏਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ। ਆਦ ਪੁਰਖ ਅਵਗਤ ਅਵਿਨਾਸੀ, ਲੋਕ ਚਤੁਰਦਸ ਜੋਤ ਪ੍ਰਕਾਸ਼ੀ। ਹਸਤ ਕੀਟ ਕੇ ਬੀਜ ਸਮਾਨਾ, ਰਾਵ ਰੰਕ ਜੇ ਇੱਕ ਸਰ ਜਾਨਾ। ਉਸ ਤੋਂ ਬਾਅਦ ਮਹਾਰਾਜ ਨੇ ਕਾਲ ਜੀ ਦੀ ਉਸਤਤ ਕੀਤੀ ਹੈ। ਪਹਿਲਾਂ ਅਕਾਲ ਹੈ, ਫਿਰ ਕਾਲ ਹੈ। ਅਕਾਲ ਉਹ ਪਰਮੇਸ਼ਰ ਦਾ ਸਰੂਪ ਹੈ ਜਿਹੜਾ ਸਮੇਂ 'ਚ ਨਹੀਂ ਆਉਂਦਾ, ਪਰ ਕਾਲ ਉਹ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਿਸਟਰੀ 'ਚ ਆਉਂਦਾ ਹੈ। ਸੰਸਾਰ ਕਿਵੇਂ ਬਣਦਾ ਹੈ, ਕਿਵੇਂ ਵੱਧਦਾ ਹੈ, ਸੰਸਾਰ 'ਚ ਕੈਸੇ ਕੈਸੇ ਪਰਿਵਰਤਨ ਹੁੰਦੇ ਹਨ, ਕਿੱਦਾਂ ਕਿੱਦਾਂ ਜੀਵ ਜੰਤੂ ਪੈਦਾ ਹੁੰਦੇ ਹਨ, ਕਾਲ ਦੀ ਰਚਨਾ ਹੈ। ਫਿਰ ਸੱਚੇ ਪਾਤਸ਼ਾਹ ਨੇ ਵੀਰ ਰਸ ਵਾਲੀਆਂ ਬਾਣੀਆਂ, ਚੰਡੀ ਚਰਿੱਤਰ ਤੇ ਚੰਡੀ ਦੀ ਵਾਰ, ਆਤਮ ਕਥਾ, 24 ਅਵਤਾਰਾਂ ਦਾ ਇਤਿਹਾਸ ਔਰ ਸ਼ਸਤਰਾਂ ਦੀ ਮਹਿਮਾ, ਸ਼ਸਤਰ ਨਾਮ ਮਾਲਾ ਔਰ ਚਿਤਰੋਪਖਿਆਨ, ਇਸਤਰੀ ਚਰਿੱਤਰ ਤੇ ਅਖੀਰ ਵਿੱਚ ਜਫਰਨਾਮਾ ਦਰਜ ਕੀਤਾ ਹੈ। ਇਹ ਸਾਰੀ ਬਾਣੀ ਨੂੰ ਇੱਕ ਧਿਆਨ ਨਾਲ ਮੁੱਢ ਤੋਂ ਪੜ੍ਹਿਆ ਜਾਵੇ ਤਾਂ ਸਤਿਗੁਰਾਂ ਦਾ ਆਸ਼ਾ ਸਮਝ ਆਉਂਦਾ ਹੈ ਕਿ ਮਹਾਰਾਜ ਇੱਕੋ ਹੀ ਗੱਲ ਚਾਹੁੰਦੇ ਆ, ਸੁਖੀ ਬਸੈ ਮੋਰੋ ਪਰਿਵਾਰਾ। ਮੇਰਾ ਖਾਲਸਾ ਇਹ ਸੰਸਾਰ ਤੇ ਰਹਿਣ ਵਾਲਾ ਹਰ ਇਨਸਾਨ, ਹਰ ਜੀਵ ਸੁਖੀ ਰਵੇ। ਕਿਉਂਕਿ ਖਾਲਸਾ ਜਿਹੜਾ ਬਣਾਇਆ ਕਿਸੇ ਨੂੰ ਦੁੱਖ ਦੇਣ ਵਾਸਤੇ ਨਹੀਂ ਬਣਾਇਆ। ਖਾਲਸਾ ਫੌਜ ਜਿਹੜੀ ਬਣਾਈ ਹੈ, ਫੌਜ ਕਾਹਦੇ ਵਾਸਤੇ ਬਣਾਈ ਜਾਂਦੀ ਹੈ? ਦੇਸ਼ ਦੇ ਵਿੱਚ ਹਰ ਮੁਲਕ ਦੀ ਫੌਜ ਹੈ ਤੇ ਫੌਜ ਦਾ ਇੱਕੋ ਮਕਸਦ ਹੁੰਦਾ ਹੈ ਵੀ ਆਪ ਵੀ ਸੁਖੀ ਰਹਿਣਾ ਤੇ ਆਪਣੀ ਪ੍ਰਜਾ ਨੂੰ ਵੀ ਸੁਖੀ ਰੱਖਣਾ। ਫੌਜ ਕਿਸੇ ਨੂੰ ਮਾਰਨ ਵਾਸਤੇ ਨਹੀਂ ਹੁੰਦੀ, ਬਚਾਉਣ ਵਾਸਤੇ ਹੁੰਦੀ ਹੈ। ਖਾਲਸਾ ਮਹਾਰਾਜ ਨੇ ਬਚਾਉਣ ਵਾਸਤੇ ਸੰਸਾਰ ਨੂੰ, ਹਿੰਦੂ ਮੁਸਲਮਾਨ, ਹਰ ਇਨਸਾਨ ਦੀ ਰਾਖੀ ਲਈ ਸਾਜਿਆ ਹੈ। ਹਰ ਬੰਦੇ ਦਾ ਹੱਕ, ਹਰ ਬੰਦੇ ਦੇ ਉਹਦੇ ਜਿਹੜੇ ਬਣਦੇ ਹੱਕ ਹਨ, ਉਹਨਾਂ ਦੀ ਰਾਖੀ ਲਈ ਖਾਲਸਾ ਸਾਜਿਆ ਹੈ।
सो सतगुरु जी ने जो खालसा साजिया, जो बाणी रची, जो बड़े वड्डे परोपकार दे कारज कीते, उसनूं औरंगजेब ने दबाण दी पूरी कोशिश की। औरंगजेब चाहुंदा सी कि मैं सारे पासे इक्को ही शरह दा झंडा बुलंद कर दियां। साध संगत जी, ये संसार जदों दा बनिया परमेश्वर ने विलखण बनाया। एक बंदे दी शक्ल दूजे नाल नहीं रलदी, जे शक्ल रलदी होवे ते अकल नहीं रलदी। अखां दा नमूना अजकल सरकारां एयरपोर्ट ते लैण लग पईयां। मैं पता कीता भी अखां दा क्यों नमूना लैंदे हो। ਉਹ ਕਹਿੰਦੇ ਅੱਖਾਂ ਇੱਕ ਦੂਜੀ ਦੀਆਂ ਅੰਦਰੋਂ ਕਿਸੇ ਦੇ ਨਾਲ ਰਲਦੀਆਂ ਨਹੀਂ। ਅੰਗੂਠੇ ਦਾ ਬੜਾ ਪੁਰਾਣਾ ਹੀ ਨਮੂਨਾ ਲਿਆ ਜਾਂਦਾ ਹੈ। ਅੰਗੂਠਾ ਲਗਾਇਆ ਜਾਂਦਾ ਜਿਹੜਾ ਬੰਦਾ ਦਸਖਤ ਨਾ ਕਰ ਸਕੇ, ਕਿਉਂਕਿ ਅੰਗੂਠੇ ਦੇ ਜਿਹੜੇ ਪਰਮਾਤਮਾ ਨੇ ਚਿੰਨ੍ਹ ਬਣਾਏ ਨੇ ਉਹ ਵੱਖਰੇ ਵੱਖਰੇ ਹਰ ਬੰਦੇ ਦੇ ਬਣਾਏ ਨੇ। ਹਰ ਦਰਖਤ ਦੇ ਪੱਤੇ ਵੱਖਰੇ ਵੱਖਰੇ ਹਨ। संसार की हर चीज़ विलक्षण है। गुरु साहब जी लिखते ने, मेरा प्रभ एक खेल रचाया। साहब श्री गुरु ग्रंथ साहब मारू सोलहे बाणी है, सोलहियां विच पंक्ति आउंदी, मेरा प्रभ एक खेल रचाया, कोई न किसी जिहा उपाया। एक बंदा दूजे वर्गा नहीं जे बनाया। जे शक्ल रलदी ते अकल नहीं रलदी, जे अकल रलदी ते शक्ल नहीं रलदी। समा नहीं रलता, परिस्थिति नहीं रलती, टाइम नहीं रलता, जगह नहीं रलती। की कर लोगे ਉਹਦੀ रचना। गुरु तेग बहादुर साहब जदों पहली बार औरंगजेब के सामने आए, औरंगजेब कहन लगा, गुरु जी मैं तुहानूं खेचल दित्ती है। बड़े सत्कार नाल बोलिया वो पहला, मैं चाहुंदा हाँ तुहाडी राय नाल हिंदुस्तान के सारे मसले हल कर दियां। पातशाह समझते सन वो कित्थों बोल रहा। महाराज कहते की मसला है तो की हल है। कहता मसला यह है भी हिंदू ते मुसलमान आपस च लड़ते रहंदे है, दो मजहब होण करके झगड़ा रहिंदा, ते आपां झगड़ा मुका दईए। सतगुरु कहन लगे, बादशाह तू साडे कोलों जिहड़ी गल पुछणी चाहुंदा, जे कुदरत तो पुछ लवें, अकाल पुरख परमात्मा अल्लाह दी खुदा दी कुदरत दस देवे। कहंदा वो किदां दस सकदे। महाराज कहंदे भरोसा रख, दसेगा। तो इंज कर, 5 मण कालियां मिर्चां मंगा के अग ला दे। भावें 5 मण कालियां मिर्चां आम बंदा तां नहीं मंगा सकदा, पर बादशाह सी वो, ते ਉਹਦੇ वास्ते कोई वड्डी गल नहीं सी। अग ला के साड़ दे। बादशाह ने सड़वा दित्तियां। महाराज कहते इनू तू मसल के कपड़ छाण करवा लै। ਉਹਦੀ ਜਿਹੜੀ ਸਵਾਹ सी, राख सी, वो छाणी गई ਤਾਂ 3 दाने बचे साबते, उन्होंने सेक भी नहीं लगा। नौकरां नूं पुछया सतगुरां ने, भाई कोई दाना बचिया? कहंदे जी 3 दाने बचे है। हजूर कहते बादशाह नूं दिखाओ। उन्होंने बादशाह जाके 3 दाने रखे भी, आ देखो जी 3 दाने बचे, 5 मण कालियां मिर्चां। साध संगत जी, पाइया कालियां मिर्चां दे दाने नहीं गिने जाते। कालियां मिर्चां पाइया किसी बंदे नूं दे दिओ, उन्होंने कहा सही गिनती कर दे, जां 2-4 वधाएगा 2-4 घटाएगा। 5 मण किन्नियां होणगियां? सड़ के सुहा हो गई। 3 दाने साबते निकल आए। बादशाह कहता मैनू समझ नहीं आई की गल है। महाराज कहते तेरे सवाल का जवाब कुदरत दे रही है। कहता जी समझाओ मैनू। महाराज कहते समझ लै, तू 2 तो 1 करना चाहता है, परमेश्वर तीसरा पंथ भी चलाने की तैयारी कर रहा है। दोहों पंथ में कपट विद्या चलानी, बहुर तीसरा पंथ कीजा प्रधानी। करो खालसा पंथ तीसर प्रवेशा, जगह सिंह जोधे धरै नील भेषा। वो खालसा जोधियां दा, सूरबीर बहादुरां दा प्रगट होने वाला थोड़े दिनों की गल बाकी रह गई है। तू तो 2 तो 1 करना चाहता है, तीसरा पंथ चलन वाला जे। बाकी औरंगजेब तू कहना हिंदू मुसलमान आपस च लड़ते ने, एक कर दियां। तुहाडे मुसलमान सिया सुन्नी तो पहला एक कर ला, वो भी तो लड़ते ने, दोवें मुसलमान ने।
चलो वो तो सिया सुन्नी की बड़ी वड्डी लड़ाई है, तेरा परिवार तो सारा सुन्नी है। तू अपने भरा दारा शिको नू, सुजा मुहम्मद नू, मुराद बख्श नू क्यों कतल किया? तेरा प्यो जिसने तेनू जन्म दिता सी, तू अन्या करके क्यों मारिया? तुहाडे घर तो झगड़ा मिटिया नहीं, दूजियां दे झगड़े मिटाण तुर पए हो। तेरी गल समझ गए, जो तू चाहना वो नहीं हो सकता। खरा खरा जवाब सुन के पातशाह नूं तसीहे दिते गए, सिखां नूं आरियां नाल चीरिया गया, देगां च उबालिया गया। अखीर 11 नवंबर 1675 मगर सुदी पंचमी 1732 बिक्रमी सतगुरु पातशाह चांदनी चौक विच शहीदी पा गए। तेग बहादुर के चलत पयो जगत को शोक, है सब जग पयो जय 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 सुरलोक। गुरु तेग बहादुर साहब जी महाराज की शहीदी नाल जो भांबड़ बचिया, खालसा पंथ प्रगट होया, ਉਹਦਾ तप तेज औरंगजेब कोलों जरिया नहीं गया। उसने झूठियां कसमां खा के कलगीधर तो किला छुड़वाया आनंदपुर साहिब जी का, ते महाराज हुण दीने कांगड़ की धरती ते पहुँच गए। सारा परिवार वार दिता है। हुण जुल्म दीयां जड़ां पुट्टण लगे हन कलम दे नाल। दोवें चीज़ां दे धनी सन, पन दे भी ते कलम दे भी। तेग दे भी धनी 10वें पातशाह महाराज, ते देग दे भी धनी। देग तेग जग में दो चलै, राख आप मोय और न दलै। ऐसी कलम चला रहे ने। औरंगजेब नूं सब तो पहला अकाल पुरख बारे दसदे कि तू तो बनिया फिरदा बड़ा बादशाह, पर तेरे वर्गे लखां बादशाह अकाल पुरख ने पैदा किए, लखां। ना साजो ना बाजो ना फौजो ना फर्श। परमात्मा कोल कोई साज बाज फौज कुछ नहीं है, पर जे वो किसी बंदे वाल इदा निगाह भर के तक लवे, सारे साज बाज उन्होंने दे दिंदा है। खुदा वंद बख्शिंदा हो ऐश अर्श, अर्श दियां ऐशां करा दिंदा है। वो परमेश्वर कीड़ी नूं बादशाह बना दिंदा है। सो महाराज पहला अकाल पुरख दी उस्ततां दस रहे है, क्योंकि साध संगत जी अपना ते सतगुरां दा किसे नाल बैर नहीं। ਜਿਹੜੇ ਬੰਦੇ ਨਾਲ भी गल करनी है रब की गल करनी है। धर्मी बंदा जदों कोई गल करता वो रब के नां तो शुरू करता, रब के नां तो ही समाप्त करता है। पापी बंदा रब का नां विच आउण ही नहीं दिंदा, कभी भी नोट कर लेना गल नूं। ਜਿਹੜੇ बंदे दे पल्ले धर्म है वो भै विच भगती विच परमेश्वर की गल करेगा, जिहदे पल्ले आ धर्म है वो रब दे उल्ट बोलेगा हमेशा। ये नोट करने वाली गल है। इथों ही पता लगता है बंदे की पछाण 3 चीज़ों नाल हुंदी है, रफ्तार, गुफ्तार, दस्तार। कपड़े पाए किदां दे पाए है, ਉਹਦੇ कपड़ियां तो दूरों ही तुसीं पछाण लैंदे हो, बंदा इस तरह का होवेगा। ये फलाना बंदा आ रहा, इहदे कपड़े दसदे दूरों ही। रफ्तार चाल दसदी बंदे दी, तुरदा बंदा सियाणे पछाण लैंदे तुरदा किवें है। साधु बंदे की चाल वखरी, चलाक बंदे की चाल वखरी, चोरां की चाल वखरी, यारां की चाल वखरी, जुआरां की चाल वखरी। मील तो 2 मील तो तुसीं निगाह मारदे हो, बंदा आउंदा है किहड़ा होएगा, चाल तो फलाणे दी लगदी है। ते तीजी चीज़ है गुफ्तार, बोली। बोलदा है, गलबात करता है, किहड़े व्यू तो करता है, उहदे बोलण तो पता लग जाता है। महाराज 10वें पातशाह बोल रहे ने औरंगजेब नाल सीधियां सीधियां गल्लां खरियां खरियां करनियां ने, पर पहला परमेश्वर नूं विच लिआंदा। तो ये वचन कह के कि साजो ना बाजो ना फौजो ना फर्श, खुदा वंद बख्शिंद हो ऐश अर्श। वो खुदा, वो अल्लाह ताला, वो वाहिगुरू बख्शां दा भंडार है। जेड़े बंदे कोल साज बाज कुछ नहीं हुंदा, कुछ भी ना होवे,
ਉਹਦੇ ਪੈਰੀ ਜੁੱਤੀ ਨਾ ਹੋਵੇ, ਤਨ ਤੇ ਕੱਪੜਾ ਨਾ ਹੋਵੇ, ਕੋਈ ਉਹਦੇ ਕੋਲ ਕੁਝ ਵੀ ਨਾ ਹੋਵੇ, ਉਹਨੂੰ ਵੀ ਤਖਤ ਤੇ ਬਿਠਾ ਦਿੰਦਾ, ਸਾਰੇ ਸਾਜ਼ ਬਾਜ਼ ਬਣਾ ਦਿੰਦਾ, ਕੀੜਾ ਥਾਪਦੇ ਪਾਤਸ਼ਾਹੀ ਦੇ ਕੀੜਿਆਂ ਨੂੰ ਪਾਤਸ਼ਾਹ ਬਣਾ ਦਿੰਦਾ। ਐਸਾ ਵਾਹਿਗੁਰੂ, ਉਹਦੀ ਵੱਡੀ ਵਡਿਆਈ 10ਵੇਂ ਪਾਤਸ਼ਾਹ ਬਿਆਨ ਕਰਦੇ। ਸੁਣੋ ਭਾਈ, ਔਰੰਗਜ਼ੇਬ ਸੁਣ ਰਿਹਾ, ਉਹਦੀ ਰੂਹ ਕੰਬ ਰਹੀ ਹੈ। ਸਾਡੇ ਅੰਦਰ ਵੀ ਔਰੰਗਜ਼ੇਬ ਬੈਠਾ ਹੈ, ਸਾਡੇ ਅੰਦਰ ਸਾਧ ਸੰਗਤ ਜੀ ਦੇਵਤਾ ਵੀ ਹੈ ਤੇ ਦੈਂਤ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ, ਜੀ ਦੇਵਤੇ ਕਿੱਦਾਂ ਦੇ ਹੁੰਦੇ ਆ ਤੇ ਦੈਂਤ ਕਿੱਦਾਂ ਦੇ ਹੁੰਦੇ, ਰਾਖਸ਼ ਜਿਹਨੂੰ ਕਹਿੰਦੇ ਆ। ਕਿਉਂਕਿ ਆਮ ਲੋਕ ਇਹ ਸਮਝਦੇ ਆ ਵੀ ਦੇਵਤੇ ਬੜੇ ਸੋਹਣੇ, ਉਹਨਾਂ ਦੇ ਬੜੇ ਸੁੰਦਰ ਰੂਪ ਤੇ ਬੜੇ ਉਹਨਾਂ ਦੇ ਮੁਕਟ ਬੜੇ ਸਿਰ ਤੇ ਹੁੰਦੇ ਆ, ਤੇ ਜਿਹੜੇ ਦੈਂਤ ਹੁੰਦੇ ਉਹਨਾਂ ਦੇ ਸਿੰਘ ਹੁੰਦੇ ਆ ਵੱਡੇ 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 ਲੰਮੇ ਲੰਮੇ ਦੰਦ, ਡਰਾਉਣਾ ਰੂਪ ਹੁੰਦਾ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਭਾਈ ਇਹ ਦੋਵੇਂ ਰੂਪ ਸਾਡੇ ਵਿੱਚ ਹੀ ਹੁੰਦੇ ਆ। ਸਾਧ ਕਰਮ ਜੇ ਪੁਰਖ ਕਮਾਵੇ, 24 ਅਵਤਾਰ ਪਾਤਸ਼ਾਹੀ 10ਵੀਂ। ਸਾਧ ਕਰਮ ਜੇ ਪੁਰਖ ਕਮਾਵੇ, ਜਿਹੜਾ ਬੰਦਾ ਸਾਧੂਆਂ ਵਾਲੇ ਕੰਮ ਕਰਦਾ, ਦਇਆ ਕਰਦਾ, ਧਰਮ ਕਰਦਾ, ਨੇਕੀ ਕਰਦਾ, ਨਾਮ ਦੇਵਤਾ ਜਗਤ ਕਹਾਵੇ। ਉਹਨੂੰ ਕੀ ਕਹਿੰਦੇ ਆ? ਉਹ ਬੰਦਾ ਤੇ ਯਾਰ ਬੜਾ ਦੇਵਤਾ ਹੈ, ਫਲਾਣਾ ਬੰਦਾ, ਜਦੋਂ ਉਹਦੀ ਕੀ ਗੱਲ ਕਰਦੇ, ਉਹ ਤਾਂ ਦੇਵਤਾ ਹੈ, ਏਦਾਂ ਹੀ ਕਹਿੰਦੇ ਆ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਭੈੜੇ ਕੰਮ ਕਰਦਾ, ਉਹਦਾ ਨਾਂ ਨਾ ਛੱਡੋ ਪਰੇ, ਉਹ ਤੇ ਰਾਖਸ਼ ਹੈ। ਅਸੁਰ ਨਾਮ ਅਸੁਰ ਤਾਕੋ ਜਗ ਧਰਹੀ, ਚੰਗੇ ਮਾੜੇ ਦੇਵਤੇ ਤੇ ਰਾਖਸ਼ ਇੱਥੇ ਹੀ ਰਹਿੰਦੇ ਸਾਡੇ ਅੰਦਰ। ਸਾਡੇ ਅੰਦਰ ਹੀ ਚੰਗਿਆਈਆਂ, ਸਾਡੇ ਅੰਦਰ ਹੀ ਬੁਰਾਈਆਂ। ਕਦੀ ਚੰਗਿਆਈਆਂ ਸਿਰ ਚੁੱਕਦੀਆਂ ਨੇ, ਕਦੀ ਬੁਰਾਈਆਂ। ਕਦੀ ਸੁਖਮਨੀ ਸਾਹਿਬ ਦੀ ਅਸ਼ਟਪਦੀ ਪੜ੍ਹੋ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ। ਕਦੀ ਤੇ ਬ੍ਰਹਮ ਦੀਆਂ ਗੱਲਾਂ ਕਰਦਾ ਤੇ ਕਦੀ ਬੜਾ ਹੀ ਘਟੀਆ ਬਣ ਜਾਂਦਾ ਇਨਸਾਨ, ਹੈ ਅੰਦਰ ਹੀ। ਉਹ ਅਕਾਲ ਪੁਰਖ ਦੀ ਖੇਡ ਹੈ। ਸਾਧ ਸੰਗਤ ਜੀ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ। ਕਦੋਂ ਤੇ ਬਾਦਸ਼ਾਹ ਬਣ ਜਾਂਦਾ, ਕਦੀ ਭਿਖਾਰੀ ਬਣ ਜਾਂਦਾ। ਇਹ ਜੀਵ ਦੇ ਅੰਦਰ ਹੀ ਸਾਰੀ ਖੇਡ ਹੈ। ਦੇਵਤੇ ਤੇ ਰਾਖਸ਼, ਚੰਗੇ ਤੇ ਮਾੜੇ ਸਾਡੇ ਅੰਦਰ ਬੈਠੇ ਹਨ। ਔਰੰਗਜ਼ੇਬ ਅੱਜ ਵੀ ਸਾਡੇ ਅੰਦਰ ਹੈ, ਜੇ ਸੁਣ ਲਵੇ ਤੇ ਮਰ ਜਾਏਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਮਹਾਂਪੁਰਸ਼ ਕਰਨੀ ਵਾਲੇ, ਉਹ ਕਹਿੰਦੇ ਹੁੰਦੇ ਸੀ ਜਫਰਨਾਮਾ ਰੋਜ਼ ਪੜ੍ਹਿਆ ਕਰੋ। ਕਹਿੰਦੇ ਕਿਉਂ? ਕਹਿੰਦੇ ਸਾਡੇ ਅੰਦਰ ਵੀ ਹੰਕਾਰ ਰੂਪੀ ਔਰੰਗਜ਼ੇਬ ਹੈ, ਇਹਨੂੰ ਵੀ ਪਤਾ ਲੱਗੇ ਵੀ ਤੂੰ ਕਿੱਥੇ ਖੜਾ ਹੈ, ਕੁਝ ਵੀ ਨਹੀਂ ਤੇਰੇ ਪੱਲੇ। ਆਪਣੀ ਆਪਣੀ ਥਾਂ ਤੇ ਹਰ ਬੰਦਾ ਆਪਣੇ ਆਪ ਨੂੰ ਕੁਝ ਸਮਝੀ ਬੈਠਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਭ ਕੋ ਪੂਰਾ ਆਪੋ ਹੋਵੇ, ਘਟ ਨਾ ਕੋਈ ਆਖੈ। ਕਿਸੇ ਨੂੰ ਪੁੱਛੋ, ਸਵਾ ਸ਼ੇਰ ਹੀ ਨੇ ਸਾਰੇ, ਘਟ ਨਹੀਂ ਕੋਈ। ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਜਾਂਦੇ ਭਾਈ ਬਾਲਾ ਮਰਦਾਨਾ ਨਾਲ, ਤੇ ਕੀ ਵੇਖਿਆ, ਇੱਕ ਬੰਦਾ ਪੰਡ ਚੁੱਕੀ ਪਿੱਛੇ ਖੁਰਜੀ। ਮਹਾਰਾਜ ਨੇ ਰੋਕ ਲਿਆ, ਭਾਈ ਕੀ ਹੈ ਤੇਰੇ ਕੋਲ? ਉਹ ਸੀ ਫੇਰੀ ਵਾਲਾ। ਫੇਰੀ ਵਾਲਾ ਕਹਿਣ ਲੱਗਾ, ਮਹਾਰਾਜ ਮੈਂ ਗਰੀਬ ਆਦਮੀ ਹਾਂ, ਫੇਰੀ ਕਰਦਾ ਹਾਂ। ਲੂਣ ਹੈ, ਤੇਲ ਹੈ, ਧਨੀਆ ਹੈ, ਸਾਬਣ ਹੈ ਮੇਰੇ ਕੋਲ, ਥੋੜਾ ਬਾਲਾ ਮੈਂ ਕੱਪੜਾ ਵੀ ਰੱਖਦਾ, ਮਿਰਚਾਂ ਮਸਾਲੇ ਲੂਣ, ਇਹ ਚੀਜ਼ਾਂ ਮੈਂ ਵੇਚਦਾ ਹਾਂ। ਛੋਟਾ ਛੋਟਾ ਸਮਾਨ ਉਹ ਪਿੰਡਾਂ 'ਚ ਵੇਚਦੇ ਸੀ ਗਰੀਬ ਲੋਕ, ਥੋੜਾ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ। ਅੱਜ ਕੱਲ੍ਹ ਵੀ ਪਿੰਡਾਂ 'ਚ ਤੁਸੀਂ ਕਈ ਵਾਰੀ ਦੇਖੇ ਹੋਣੇ, ਸਾਈਕਲਾਂ ਤੇ ਗੱਡੀਆਂ ਤੇ ਵੇਚਦੇ, ਪਹਿਲਾਂ ਮੋਢੇ ਤੇ ਤੁਰ ਕੇ। ਪਾਤਸ਼ਾਹ ਕਹਿੰਦੇ ਵੈਦ ਆ ਜਾ। ਉਹ ਰੁਕ ਗਿਆ ਵੀ ਸ਼ਾਇਦ ਇਹ ਕੋਈ ਮੇਰੇ ਤੋਂ ਲੈਣਗੇ। ਪਾਤਸ਼ਾਹ ਨੇ ਕਿਹਾ ਖੋਲ ਆਪਣੀ ਪਟਾਰੀ। ਜਦੋਂ ਖੋਲ ਕੇ ਬੰਨੇ ਵਿਖਾਈ, ਉਹ ਵੱਟੇ ਨਿਕਲ ਆਏ ਜਿਨ੍ਹਾਂ ਨਾਲ ਭਾਰ ਤੋਲਿਆ ਜਾਂਦਾ। ਮਾਰੇ ਕਹਿੰਦੇ ਇਹ ਕੀ ਨੇ? ਕਹਿੰਦਾ ਜੀ ਭਾਰ ਤੋਲਣ ਵਾਲੇ ਵੱਟੇ ਹੈ। ਉਹ ਕਹਿੰਦੇ ਇਹ ਕੀ ਹੈ? ਕਹਿੰਦਾ ਜੀ ਇਹ ਸੇਰ ਹੈ। ਕਿਲੋ ਜਿਹਨੂੰ ਕਿਲੋਗ੍ਰਾਮ ਕਹਿ ਦਿੰਦੇ ਅੱਜ ਕੱਲ੍ਹ, ਪਹਿਲਾਂ ਸੇਰ ਚੱਲਦੇ ਸੀ। ਸੇਰ ਹੈ, ਇਹ ਅੱਧਾ ਸੇਰ ਹੈ। ਸਭ ਤੋਂ ਛੋਟਾ ਕਹਿੰਦੇ ਇਹ ਜੀ ਪਾਈਆ ਹੈ। ਮਹਾਰਾਜ ਨੇ ਹੱਥ ਵਿੱਚ ਚੁੱਕ ਲਿਆ, ਕਹਿੰਦੇ ਵੇਖ ਮਰਦਾਨਿਆ, ਇਹ ਕਿੱਡਾ ਮਹਾਨ ਹੈ। ਕਹਿੰਦੇ ਇਹਨੇ ਪਾਈਆ ਪਾ ਲਿਆ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਨਿੱਕਾ ਹੈ ਤਾਂ ਇਹਨੇ ਪਾ ਲਿਆ ਹੈ, ਵੱਡੇ ਰਹਿ ਜਾਂਦੇ ਆ। ਹੁਣ ਇਹਦੇ 'ਚ ਰਮਜ ਹੈ। ਪਾਈਆ ਜੇ ਸ਼ੇਰ ਦਾ ਵੱਟਾ ਹੋਵੇ
ਤੇ ਉਹਦੇ ਨਾਲ ਪਾਈਆ ਨਹੀਂ ਤੋਲਿਆ ਜਾਂਦਾ, ਪਰ ਪਾਈਏ ਨਾਲ ਸ਼ੇਰ ਤੋਲਿਆ ਜਾਣਾ। ਕਿਵੇਂ? 4 ਪਾਈਏ ਕਰ ਦਿਓ, ਪੂਰਾ ਹੋ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਸਾਰੀਆਂ ਗੱਲਾਂ ਕਹਿਤੀਆਂ ਇੱਕੋ ਰਮਜ। ਕਹਿੰਦੇ ਪਾਈਆ ਇਹਨੇ ਪਾ ਲਿਆ, ਧਨ ਹੈ। ਉੱਥੇ ਕਹਿਣ ਦਾ ਭਾਵ ਸੀ ਵੀ ਜਿਹੜਾ ਨਿੱਕਾ ਬਣਦਾ ਉਹ ਵੱਡਾ ਬਣ ਜਾਂਦਾ ਹੈ। ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ। ਅਸੀਂ ਸਾਧ ਸੰਗਤ ਦੀ ਸ਼ੇਰ ਸਵਾ ਸ਼ੇਰ ਹੀ ਬਣਦੇ ਆ, ਘੱਟ ਹੁੰਦੇ ਹੀ ਕੋਈ। ਸਭ ਕੋ ਪੂਰਾ ਆਪੋ ਹੋਵੈ ਘੱਟ ਨਾ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਸੱਚੇ ਪਾਤਸ਼ਾਹ ਮਹਾਰਾਜ ਬਚਨ ਕਹਿ ਰਹੇ ਨੇ। ਔਰੰਗਜ਼ੇਬ ਨੂੰ ਪਰਮੇਸ਼ਰ ਦੀ ਉਸਤਤ ਸੁਣੋ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹਾਂ ਪਾਕ ਜਬਰ ਸਤ ਜਹਰ ਜਹੂਰ। ਜਹਾਂ ਪਾਕ, ਜਹਾਂ ਜਹਾਨ, ਦੁਨੀਆ ਸੰਸਾਰ ਨੂੰ ਕਹਿੰਦੇ ਆ। ਫਾਰਸੀ ਜੋ ਭਾਸ਼ਾ ਚੱਲ ਰਹੀ ਸਾਰੀ, ਮਹਾਰਾਜ ਕਹਿੰਦੇ ਜਹਾਂ ਜਹਾਨ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਤਨਾ ਕੁਝ ਹੈ ਉਹਨੂੰ ਪਵਿੱਤਰ ਕਰਨ ਵਾਲਾ ਵਾਹਿਗੁਰੂ ਹੈ, ਸੁੱਚਾ ਕਰਨ ਵਾਲਾ। ਜੇ ਦੇਖਿਆ ਜਾਵੇ ਇਸ ਦੁਨੀਆ ਦੀ ਹਰ ਚੀਜ਼ ਝੂਠੀ ਹੈ। ਕਿਸੇ ਚੀਜ਼ ਨੂੰ ਹੱਥ ਲਾਓ ਉਹ ਮੈਲੀ ਹੋ ਜਾਂਦੀ ਹੈ। ਕੋਈ ਚੀਜ਼ ਹੈ, ਬੰਦੇ ਦਾ ਸਰੀਰ ਸਭ ਤੋਂ ਨੇੜੇ ਆਪਣੇ, ਇਹਨੂੰ ਆਪਾਂ ਪਵਿੱਤਰ ਮੰਨਦੇ ਹਾਂ, ਪਰ ਇਹਦੇ ਵਰਗੀ ਗੰਦੀ ਚੀਜ਼ ਕੋਈ ਨਹੀਂ। ਅੱਖਾਂ ਵਿੱਚੋਂ ਗਿੱਟ ਨਿਕਲਦਾ, ਕੰਨਾਂ ਚੋਂ ਮੈਲ, ਨੱਕਾਂ ਚੋਂ ਮੈਲ, ਦੰਦਾਂ ਚੋਂ ਮੈਲ, ਪਸੀਨਾ ਮੈਲ, ਮਲ ਮੂਤਰ ਮੈਲ ਹੀ ਮੈਲ। ਹਰ ਚੀਜ਼ ਮੈਲੀ ਹੈ। ਨਿਰਮਲ ਕਿਹੜੀ ਚੀਜ਼ ਹੈ? ਨਿਰਮਲ ਉਸ ਪਰਮੇਸ਼ਰ ਦਾ ਨਾਮ ਹੈ। ਜੇ ਬੰਦਾ ਜਪ ਲੇ ਤੇ ਪਵਿੱਤਰ ਹੋ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਕ ਸ਼ਬਦ ਮੁਸਲਮਾਨਾਂ ਵਿੱਚ ਬੜਾ ਪ੍ਰਚਲਿਤ ਹੈ। ਪਾਕ ਦਾ ਅਰਥ ਹੈ ਪਵਿੱਤਰ। ਜਹਾਂ ਪਾਕ, ਪਰਮਾਤਮਾ ਵਾਹਿਗੁਰੂ ਜਹਾਨ ਨੂੰ ਪਵਿੱਤਰ ਕਰਨ ਵਾਲਾ ਹੈ। ਪੂਰੀ ਦੁਨੀਆ ਪਵਿੱਤਰ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਵਾਹਿਗੁਰੂ ਜਪੀਦਾ ਹੈ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ। ਜਿੱਥੇ ਤੁਸੀਂ ਨਾਮ ਜਪਦੇ ਹੋ ਉਹ ਕਮਰਾ ਪਵਿੱਤਰ ਹੋ ਜਾਂਦਾ। ਪ੍ਰਸ਼ਾਦਾ ਛਕਣ ਲੱਗਿਆ ਵਾਹਿਗੁਰੂ ਕਹਿ ਕੇ ਮੂੰਹ 'ਚ ਬੁਰਕੀ ਪਾਈਏ, ਬੁਰਕੀ ਪਵਿੱਤਰ ਹੋ ਜਾਂਦੀ ਹੈ। ਵਾਹਿਗੁਰੂ ਕਹਿ ਕੇ ਸੰਸਾਰ ਨੂੰ ਵੇਖੀਏ, ਵਾਹਿਗੁਰੂ ਦਾ ਰੂਪ ਤੇ ਸਾਰੀ ਦ੍ਰਿਸ਼ਟੀ ਪਵਿੱਤਰ ਹੋ ਜਾਂਦੀ ਹੈ, ਸ੍ਰਿਸ਼ਟੀ ਪਵਿੱਤਰ ਹੋ ਜਾਂਦੀ ਹੈ। ਪਰਮੇਸ਼ਰ ਪਵਿੱਤਰ ਹੀ ਹੈ, ਹੋਰ ਕੋਈ ਚੀਜ਼ ਪਵਿੱਤਰ ਨਹੀਂ। ਵਾਹਿਗੁਰੂ ਪਵਿੱਤਰ ਹੈ। ਜਹਾਂ ਪਾਕ। ਔਰ ਇਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਨਿਰਲੇਪ ਹੈ। ਇਸ ਗੱਲ ਨੂੰ ਗਿਆਨੀ ਪੁਰਸ਼ ਸਮਝਦੇ ਆ। ਉਹ ਨਿਰਲੇਪ ਹੈ। ਸਾਰੀਆਂ ਚੀਜ਼ਾਂ ਨੂੰ ਮੈਲ ਲੱਗਣੀ ਜੇ ਦੁਨੀਆ ਦੀਆਂ ਨੂੰ, ਦੁਨੀਆ ਦੀ ਹਰ ਚੀਜ਼ ਮੈਲੀ ਹੋਣੀ ਹੈ। ਪਰਮੇਸ਼ਰ ਦੀ ਜੋਤ ਮੈਲੀ ਨਹੀਂ ਹੋਣੀ, ਉਹ ਨਹੀਂ ਮੈਲੀ। ਅੰਦਰ ਜਿਹੜੀ ਆਤਮਾ ਜੇ ਨਾ ਨਿਰਮਲ ਸ਼ੁੱਧ ਜੋਤ ਅਕਾਲ ਪੁਰਖ ਦੀ, ਉਹ ਮੈਲੀ ਨਹੀਂ ਹੁੰਦੀ। ਮਨ ਮੈਲਾ ਹੋ ਜਾਂਦਾ, ਬੁੱਧੀ ਮੈਲੀ ਹੋ ਜਾਂਦੀ ਹੈ। ਅਸੀਂ ਕਹਿੰਦੇ ਆਤਮਾ ਮੈਲੀ ਹੋ ਗਈ, ਆਤਮਾ ਨਹੀਂ ਮੈਲੀ, ਮਨ ਮੈਲਾ ਹੁੰਦਾ। ਬੁੱਧੀ ਵੀ ਮੈਲੀ ਹੁੰਦੀ ਹੈ, ਚੇਤਾ ਵੀ ਮੈਲਾ ਹੁੰਦਾ, ਪਰ ਆਤਮਾ ਨਹੀਂ ਮੈਲੀ ਹੁੰਦੀ। ਉਹ ਨਿਰਮਲ ਹੈ, ਸ਼ੁੱਧ ਹੈ, ਉਹ ਜੋਤ ਅਕਾਲ ਪੁਰਖ ਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਪਵਿੱਤਰ ਹੈ। ਜਿਹੜੀ ਚੀਜ਼ ਵਿੱਚ ਉਹ ਵਸਦਾ ਉਹ ਪਵਿੱਤਰ ਹੋ ਜਾਂਦੀ ਹੈ। ਜਹਾਂ ਪਾਕ, ਸੰਸਾਰ ਨੂੰ ਪਵਿੱਤਰ ਕਰਨ ਵਾਲਾ ਵਾਹਿਗੁਰੂ ਹੈ। ਜ਼ਬਰਦਸਤ, ਜਬਰ ਜਾਹੋ ਜਲਾਲ ਵਾਲਾ, ਬੜਾ ਬਲੀ ਹੈ, ਬੜਾ ਤਾਕਤਵਰ ਹੈ। ਅਸਤ ਮੈਨੇ ਹੈ, ਫਾਰਸੀ ਦਾ ਨਿਯਮ ਹੈ, ਐੜਾ ਅੱਖਰ ਵਿੱਚੋਂ ਨਿਕਲ ਆਉਂਦਾ ਹੈ। ਜ਼ਬਰਦਸਤ, ਮਹਾਰਾਜ ਕਹਿੰਦੇ ਜਬਰ ਅਸਤ ਹੈ, ਬੜਾ ਬਲੀ ਹੈ ਵਾਹਿਗੁਰੂ। ਜ਼ਾਹਿਰ ਜ਼ਹੂਰ, ਜ਼ਾਹਰਾਂ ਜ਼ਹੂਰ ਦਿਸਦਾ ਜੇ। ਉਹਦਾ ਤਪ ਤੇਜ ਵੇਖਣਾ, ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਬੁੱਲਿਆ ਸ਼ੋਹ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਕਿਸੇ ਪਹਿਲਵਾਨ ਦੇ ਡੋਲੇ ਵੇਖ ਕੇ ਪਹਿਲਵਾਨ ਨੂੰ ਤਗੜਾ ਨਾ ਸਮਝਿਆ ਜੇ। ਉਹਦੇ ਵਿੱਚ ਅਕਾਲ ਪੁਰਖ ਦੀ ਜੋਤ ਜਿੰਨਾ ਚਿਰ ਹੈ ਓਨਾ ਚਿਰ ਉਹ ਪਹਿਲਵਾਨ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਜੇ ਜੋਤ ਨਿਕਲ ਗਈ ਉਹ ਵਿਚਾਰਾ ਆਪਣੇ ਪੈਰਾਂ ਨਾਲ ਤੁਰ ਕੇ ਆਪਣੀਆਂ ਮੜੀਆਂ ਤੱਕ ਨਹੀਂ ਜਾ ਸਕਦਾ, ਦੂਜਿਆਂ ਦੇ ਮੋਢਿਆਂ ਤੇ ਲਿਜਾਣਾ ਪੈਂਦਾ। ਕਿਸੇ ਡਾਕਟਰ ਦੀ ਵਿੱਦਿਆ ਨੂੰ ਵੇਖ ਕੇ ਵੀ ਬੜੇ ਵੱਡੇ ਇਲਾਜ ਕਰਦਾ, ਉਹਨੂੰ ਸਿਆਣਾ ਨਾ ਸਮਝਿਆ ਜੇ। ਅਕਾਲ ਪੁਰਖ ਦੀ ਜੋਤ ਅੰਦਰ ਬਹਿ ਕੇ ਡਾਕਟਰੀ ਕਰ ਰਹੀ ਹੈ। ਜਾਰਾ ਜੂਰ ਵੇਖੋ ਜੋਤ ਦੀ ਕਲਾ, ਜੋਤ ਤੋਂ ਬਿਨਾਂ ਕੱਖ ਵੀ ਨਹੀਂ। ਸਾਹਿਬ ਕਹਿੰਦੇ ਜੋਤ ਬਿਨਾਂ ਜਗਦੀਸ਼ ਕੀ ਜਗਤੇ ਉਲੰਘੇ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਸਲੋਕਾਂ 'ਚ ਆਉਂਦਾ, ਜੋਤ ਬਿਨਾਂ ਜਗਦੀਸ਼ ਕੀ, ਉਹਦੀ ਜੋਤ ਤੋਂ ਬਿਨਾਂ ਜਗਤ ਕੁਛ ਵੀ ਨਹੀਂ ਜੇ। ਆਖੋ ਸ੍ਰੀ ਵਾਹਿਗੁਰੂ। ਕੋਈ ਬੜਾ ਸੋਹਣਾ ਸੁੰਦਰ ਮਨੁੱਖ ਹੈ, ਅਸੀਂ ਕਹਿੰਦੇ ਹਾਂ ਬੜਾ ਸੋਹਣਾ ਹੈ, ਬੜਾ ਸੋਹਣਾ ਹੈ, ਇਹਦੀਆਂ ਅੱਖਾਂ ਬੜੀਆਂ ਸੋਹਣੀਆਂ, ਇਹਦੀ ਨੱਕ ਬੜੀ ਸੋਹਣੀ, ਇਹਦਾ ਮੱਥਾ ਬੜਾ ਸੋਹਣਾ, ਪਰ ਜੇ ਉਹਦੇ ਵਿੱਚੋਂ ਅਕਾਲ ਪੁਰਖ ਦੀ ਜੋਤ ਨਿਕਲ ਜਾਵੇ, ਉਹਦੀ ਸੁੰਦਰਤਾ ਕਿੱਥੇ ਜਾਂਦੀ ਹੈ? ਉਸੇ ਵੇਲੇ ਮੁਰਝਾ ਜਾਂਦੀ, ਉਸੇ ਵੇਲੇ, ਸਕਿੰਟ ਵੀ ਨਹੀਂ ਲੱਗਦਾ। ਫੁੱਲ ਬੜਾ ਸੋਹਣਾ ਖਿੜਿਆ ਹੋਇਆ, ਜੇ ਉਹਦੇ 'ਚ ਜੋਤ ਨਿਕਲ ਜਾਵੇ ਮਸਲ ਕੇ ਜ਼ਮੀਨ ਤੇ ਡਿੱਗ ਪੈਂਦਾ, ਇੱਕ ਧੇਲਾ ਉਹਦੀ ਕਦਰ ਨਹੀਂ ਰਹਿੰਦੀ। ਸਾਰੀ ਕਲਾ ਜੋਤ ਦੀ ਹੈ। ਮਹਾਰਾਜ ਕਹਿੰਦੇ ਜਹਾਂ ਪਾਕ ਜਬਰਸਤ ਜ਼ਾਹਰ ਜ਼ਹੂਰ, ਪਵਿੱਤਰ ਕਰਨ ਵਾਲਾ ਸ਼ੁੱਧ ਸਰੂਪ ਵਾਹਿਗੁਰੂ ਉਹ ਜਾਰਾਂ ਜਹੂਰ ਤੁਹਾਡੇ ਸਾਹਮਣੇ ਆਪਣੇ ਨੂਰੋ ਨੂਰ ਨਾਲ ਚਮਕ ਰਿਹਾ ਹੈ। ਹਾਂਜੀ। ਉਜਾਮੀ ਦਿਓ ਹਮਚੂ ਹਾਜ਼ਰ ਹਜੂ, ਉਹ ਪਰਮਾਤਮਾ ਬਖਸ਼ਿਸ਼ਾਂ ਦੇਣ ਵਾਲਾ ਹੈ। ਜੋ ਉਹਦੇ ਦਰ ਤੇ ਆ ਜਾਂਦਾ ਉਹਨੂੰ ਉਹ ਝੋਲੀਆਂ ਭਰ ਦਿੰਦਾ। ਉਜ਼ਾਮੀ ਦੇਹੋ, ਖਜ਼ਾਨੇ ਭਰ ਦਿੰਦਾ। ਹਾਜ਼ਰਾ ਹਜ਼ੂਰ ਜੇ, ਲੁਕਿਆ ਛਿਪਿਆ ਨਹੀਂ ਰੱਬ। ਸਾਡੀ ਅੱਖ ਦੇ ਉੱਤੇ ਪੜਦਾ ਪਿਆ, ਰੱਬ ਤੇ ਕੋਈ ਪੜਦਾ ਨਹੀਂ ਪਿਆ ਹੋਇਆ। ਸਾਨੂੰ ਭਰਮ ਦੇ ਪਰਦੇ ਨਾਲ ਰੱਬ ਨਹੀਂ ਦਿਸਦਾ। ਹਾਂਜੀ। ਅਤਾ ਬਖਸ਼ ਓ ਪਾਕ ਪਰਵਰਦਗਾਰ, ਉਹ ਪਰਮਾਤਮਾ ਪਾਕ ਪਵਿੱਤਰ ਕਰਨ ਵਾਲਾ, ਪਰਵਰਦਗਾਰ ਸਾਰਿਆਂ ਦੀ ਪਰਵਿਸ਼ ਕਰਨ ਵਾਲਾ ਤੇ ਅਤਾ ਕਰਨ ਵਾਲਾ ਸਾਰੀਆਂ ਦਾਤਾਂ। ਦੁੱਧ ਮੰਗੋ ਤੇ ਦੁੱਧ ਮਿਲਦਾ, ਪੁੱਤ ਮੰਗੋ ਤੇ ਪੁੱਤ ਮਿਲਦਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਗੁਰੂ ਰਾਮਦਾਸ ਪਾਤਸ਼ਾਹ ਕੋਲ ਇੱਕ ਮਾਈ ਨੇ ਸਵਾਲ ਕੀਤਾ। ਉਹਦਾ ਪਤੀ ਬੜੀ ਸੇਵਾ ਕਰਦਾ ਸੀ, ਬਹੁਤ ਭਾਵਨਾ ਨਾਲ। ਉਮਰ ਦੋਵਾਂ ਦੀ 60 ਸਾਲ ਦੀ ਸੀ, ਮਾਈ ਦੀ ਵੀ ਤੇ ਪਤੀ ਦੀ ਵੀ। ਘਰੋਂ ਆਏ ਸਨ ਵਿਚਾਰੇ, ਬੱਚਾ ਕੋਈ ਨਹੀਂ ਸੀ ਤੇ ਸ਼ਰੀਕਾਂ ਨੇ ਪੈਲੀ ਖੋਹ ਲਈ ਤੇ ਰੋ ਰੋ ਕੇ ਉਹ ਮਾਈ ਅੰਨੀ ਹੋ ਗਈ। ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕੀਤੀ। ਲੱਕੜਾਂ ਲੰਗਰ ਲਈ ਲਿਆਉਂਦਾ ਸੀ, ਇੱਕ ਭਾਰ ਲਿਆ ਕੇ ਲੰਗਰ 'ਚ ਪਾ ਦਿੰਦਾ ਸੀ, ਇੱਕ ਪੰਡ ਲਿਆ ਕੇ ਜਮ੍ਹਾਂ ਕਰ ਛੱਡਦਾ ਸੀ। ਕਲਾ ਐਸੀ ਗੁਰੂ ਦੀ ਵਰਤੀ। ਸਿਆਲ ਦੇ ਦਿਨ ਸਨ, ਮੀਂਹ ਬੜਾ ਪੈਣ ਲੱਗ ਪਿਆ ਤੇ ਠੰਡ ਦੇ ਨਾਲ ਉਦੋਂ ਸਰਾਵਾਂ ਵੀ ਨਹੀਂ ਸਨ, ਕਮਰੇ ਵੀ ਨਹੀਂ ਸਨ। ਜਿੱਥੇ ਜਿੱਥੇ ਗੁਰੂ ਕੇ ਸਿੱਖ ਬੈਠੇ ਵਿਚਾਰੇ ਅੱਗ ਸੇਕ ਕੇ ਗੁਜ਼ਾਰਾ ਕਰਦੇ ਸੀ। ਲੰਗਰ 'ਚ ਜਿਹੜਾ ਬਾਲਣ ਸੀ ਸਾਰਾ ਭਾਈ ਆਦਮ ਦਾ ਲਿਆਂਦਾ ਹੋਇਆ ਕੰਮ ਆ ਗਿਆ। ਖੁਸ਼ ਹੋਏ ਗੁਰੂ ਰਾਮਦਾਸ ਸਾਹਿਬ, ਕਹਿਣ ਲੱਗੇ ਭਾਈ ਆਦਮ ਨੂੰ ਬੁਲਾਓ, ਨੇ ਸੇਵਾ ਕੀਤੀ ਹੈ। ਭਾਈ ਸਿੱਖਾ ਮੰਗ ਕੀ ਮੰਗਦਾ? ਘਰੋਂ ਦਾ ਪੁੱਤਰ ਲੈਣ ਆਇਆ ਸੀ, ਪਰ ਸੰਗਤ 'ਚ ਬੈਠਾ ਚਿੱਟੀ ਦਾੜੀ ਆਪਣੀ ਵੇਖ ਕੇ ਸੋਚਾਂ 'ਚ ਪੈ ਗਿਆ, ਮੈਂ ਕੀ ਮੰਗਾ? ਕਹਿਣ ਲੱਗਾ ਜੀ ਸਿੱਖੀ ਸਿਦਕ ਭਰੋਸਾ ਨਾਮਦਾਨ ਸੇਵਾ ਸਿਮਰਨ। ਮਹਾਰਾਜ ਕਹਿੰਦੇ ਉਹਦਾ ਦਿੱਤਾ, ਹੋਰ ਕੁਝ ਮੰਗ? ਕਹਿੰਦਾ ਜੀ ਸੇਵਾ ਸਿਮਰਨ ਹੀ ਬਸ। 3 ਵਾਰੀ ਮਹਾਰਾਜ ਨੇ ਆਖਿਆ, ਉਹਨੇ ਪੁੱਤਰ ਨਹੀਂ ਮੰਗਿਆ। ਜਦੋਂ ਆਪਣੇ ਡੇਰੇ ਜਿੱਥੇ ਸ੍ਰੀ ਅੰਮ੍ਰਿਤਸਰ ਵਿੱਚ ਕੋਈ ਕੁੱਲੀ ਪਾਈ ਹੋਈ ਸੀ, ਉੱਥੇ ਆਪਣੀ ਘਰ ਵਾਲੀ ਕੋਲ ਜਾ ਕੇ ਬੈਠਾ, ਉਹਨੂੰ ਦੱਸਿਆ ਅੱਜ ਗੁਰੂ ਜੀ ਬੜੇ ਖੁਸ਼ ਹੋਏ ਸੀ, ਮੈਨੂੰ ਕਹਿੰਦੇ ਸੀ ਮੰਗ ਲੈ। ਕਹਿੰਦੀ ਫਿਰ ਤੂੰ ਕੀ ਮੰਗਿਆ? ਮੈਂ ਤਾਂ ਸਿੱਖੀ ਮੰਗੀ ਹੈ, ਤੂੰ ਪੁੱਤਰ ਕਿਉਂ ਨਹੀਂ ਮੰਗਿਆ? ਉਹ ਕਹਿਣ ਲੱਗਾ ਹੁਣ ਮੈਂ ਸੰਗਤ ਵਿੱਚ ਪੁੱਤਰ ਮੰਗਦਾ, ਲੋਕਾਂ ਨੇ ਹੱਸਣਾ ਸੀ, ਬੁੱਢਾ ਬੰਦਾ ਇੰਨੀ ਉਮਰ 'ਚ ਪੁੱਤਰ ਮੰਗਦਾ। ਕਹਿੰਦੀ ਚੱਲ ਮੈਨੂੰ ਲੈ ਕੇ ਚੱਲ ਬਾਬੇ ਕੋਲ। ਜਿੱਦ ਪੈ ਗਈ, ਖਹਿੜੇ ਪੈ ਗਈ, ਬਾਂਹ ਫੜ ਕੇ ਲਿਆਂਦੀ। ਅੱਖਾਂ ਤੋਂ ਘੱਟ ਦਿਸਦਾ ਸੀ, ਮੱਧਮ ਪੈ ਗਈ ਸੀ ਜੋਤ। ਰੋ ਰੋ ਕੇ ਕਹਿਣ ਲੱਗੀ ਸੱਚੇ ਪਾਤਸ਼ਾਹ ਵੀ ਮੇਰਾ ਕੋਈ ਨਹੀਂ ਹੱਕ? ਮੇਰੇ ਘਰ ਵਾਲੇ ਨੂੰ ਕਿਹਾ ਵੀ ਮੰਗ ਲੈ, ਮੈਨੂੰ ਕਿਉਂ ਨਹੀਂ ਬੁਲਾਇਆ?
ਮਹਾਰਾਜ ਕਹਿੰਦੇ ਮਾਈ ਟਾਈਮ ਹੀ ਹੁੰਦਾ, ਸਮਾਂ ਹੁੰਦਾ, ਲੰਘ ਗਿਆ। ਕਹਿੰਦੀ ਸਮਾਂ ਤੇਰੇ ਦਰ ਤੋਂ ਵੀ ਲੰਘਦਾ, ਮੈਂ ਵੀ, ਮੇਰਾ ਵੀ ਹਿੱਸਾ ਮੈਂ ਵੀ ਮੰਗਣਾ। ਮਹਾਰਾਜ ਕਹਿਣ ਲੱਗੇ ਮਾਈ ਫਿਰ ਚੰਗਾ, ਜੇ ਤੂੰ ਕਹਿਨੀ ਆ ਇੱਕ ਚੀਜ਼ ਮੰਗੀ ਜਿਹੜੀ ਮੰਗਣੀ ਹੈ। ਸੋਚਾਂ 'ਚ ਪੈ ਗਈ। ਮਹਾਰਾਜ ਕਹਿੰਦੇ ਮੰਗ ਛੇਤੀ। ਕਹਿੰਦੀ ਬਾਬਾ ਜੀ ਮੰਗਦੀ ਆ, ਸੋਚਦੀ ਆ ਕਿਵੇਂ ਮੰਗਾ। ਉਸ ਮਾਈ ਨੇ ਸਤਿਗੁਰੂ ਅੱਗੇ ਦੋਹਰਾ ਬਣਾ ਕੇ ਪੜ੍ਹ ਦਿੱਤਾ। ਕਹਿਣ ਲੱਗੀ ਸੱਚੇ ਸਤਿਗੁਰੂ ਅੱਗੇ ਇੱਕ ਵਾਰ ਮੰਗਾ ਭਿੱਖਾਂ, ਉਹਦਾ ਨਾਂ ਸੀ ਭਿੱਖਾਂ। ਭਿੱਖਾਂ ਇੱਕ ਵਾਰ ਮੰਗਦੀ ਹੈ, ਸੋਨੇ ਦੀ ਮਧਾਣੀ ਹੋਵੇ ਪੋਤਰੇ ਨੋ ਦੁੱਧ ਰਿੜਕਦੀ ਵੇਖਾਂ। ਮਹਾਰਾਜ ਹੱਸ ਪਏ। ਮਾਈ ਤੈਨੂੰ ਆਖਿਆ ਸੀ ਇੱਕ ਮੰਗ, ਤੂੰ ਤੇ ਤਿੰਨ ਮੰਗ ਲਏ ਆ। ਕਹਿੰਦੀ ਜੀ ਇੱਕੋ ਹੀ ਤੇ ਮੰਗਿਆ ਵੀ ਸੋਨੇ ਦੀ ਮਧਾਣੀ ਹੋਵੇ ਪੋਤਰੇ ਨੋ ਦੁੱਧ ਰਿੜਕਦੀ ਵੇਖਾਂ। ਮਹਾਰਾਜ ਕਹਿੰਦੇ ਹੁਣ ਤੂੰ ਮੰਗ ਲਿਆ, ਦੇਣਾ ਤੇ ਪਊ ਸਾਨੂੰ, ਪਰ ਮੰਗੇ ਤੂੰ ਤਿੰਨ ਨੇ। ਸੋਨੇ ਦੀ ਮਧਾਣੀ ਰਾਜਿਆਂ ਦੇ ਘਰ ਹੁੰਦੀ ਹੈ, ਗਰੀਬ ਆਦਮੀ ਦੇ ਘਰ ਨਹੀਂ ਹੁੰਦੀ। ਪੋਤਰੇ ਨੋ ਤਾਂ ਆਉਂਦੀ ਹੈ ਜੇ ਪਹਿਲਾਂ ਪੁੱਤਰ ਹੋਵੇ। ਤੇ ਵੇਖਾਂ, ਅੱਖਾਂ ਵੀ ਮੰਗ ਲਈਆਂ ਨੇ। ਵੇਖੇਂਗੀ ਤੇ ਅੱਖਾਂ ਨਾਲ ਹੀ ਨਾ, ਤੇਰੀਆਂ ਅੱਖਾਂ ਵੀ ਠੀਕ ਹੋ ਜਾਣਗੀਆਂ। ਤੇਰੇ ਘਰ ਇੱਕ ਮਹਾਂਪੁਰਸ਼ ਹੋਏਗਾ, ਉਹਦਾ ਨਾਮ ਭਾਈ ਭਗਤੂ ਹੋਏਗਾ, ਉਹਦਾ ਪਰਿਵਾਰ ਰਾਜ ਕਰੇਗਾ। ਭਾਈ ਭਗਤੂ ਦਾ ਜਨਮ ਹੋਇਆ, ਉਹਦਾ ਪੁੱਤਰ ਭਾਈ ਗੋਰਾ ਹੋਇਆ, ਗੋਰੇ ਦਾ ਪੁੱਤਰ ਦਿਆਲਦਾਸ ਹੋਇਆ, ਦਿਆਲਦਾਸ ਦਾ ਦੇਸੂ ਸਿੰਘ। ਉਹਨੇ ਕੈਥਲ ਰਿਆਸਤ ਕਾਇਮ ਕੀਤੀ। ਅੱਗੇ ਜਾ ਕੇ ਮਹਾਰਾਜਾ ਉਦੇ ਸਿੰਘ ਜੀ ਹੋਏ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਨੂੰ ਆਪਣੇ ਕੋਲ ਆ ਕੇ ਸੂਰਜ ਪ੍ਰਕਾਸ਼ ਲਿਖਵਾਇਆ। ਸੋ ਖਾਲਸਾ ਜੀ ਗੁਰੂ ਤਾਂ ਸਮਰੱਥ ਹੈ, ਜਦੋਂ ਬਖਸ਼ਣ ਤੇ ਆਉਂਦਾ ਹੈ ਨਾ ਫਿਰ ਸਾਰਾ ਕੁਝ ਹੀ ਬਖਸ਼ ਦਿੰਦਾ। ਮਹਾਰਾਜ ਕਹਿੰਦੇ ਅਤਾ ਬਖਸ਼ ਉਹ ਪਾਕ ਪਰਵਰਦਗਾਰ। ਉਹ ਕੋਈ ਛੋਟੀ ਮੋਟੀ ਇਹ ਨਹੀਂ ਵੀ ਆਪਾਂ ਲੋਕ ਪਤਾ ਕੀ ਕਰਦੇ ਆ, ਆਪਾਂ ਉਹ ਚੀਜ਼ ਦਿੰਦੇ ਆ ਜਿਹੜੀ ਸਾਡੇ ਕੰਮ ਨਾ ਹੋਵੇ। ਲਓ ਬਾਬਾ ਜੀ ਤੁਸੀਂ ਲੈ ਜਾਓ। ਕਈ ਚੀਜ਼ਾਂ ਸਾਰੀ ਉਮਰ ਗਿਫਟ ਬਣੀਆਂ ਰਹਿੰਦੀਆਂ, ਯੂਜ਼ ਨਹੀਂ ਹੁੰਦੀਆਂ। ਮੈਂ ਤੁਹਾਨੂੰ ਦਿੱਤੀ, ਤੁਸੀਂ ਅੱਗੇ ਦੇ ਦਿੱਤੀ, ਅੱਗੇ ਦੀ ਅੱਗੇ ਘੁੰਮਦੀ, ਕੰਮ ਦੀ ਹੈ ਹੀ ਨਹੀਂ, ਉਹ ਸਰੋਪੇ ਵਿੱਚ ਚੱਲਣੀ ਹੈ। ਸੋ ਖਾਲਸਾ ਜੀ ਮਹਾਰਾਜ ਅਕਾਲ ਪੁਰਖ ਏਦਾਂ ਨਹੀਂ ਕਰਦਾ, ਉਹ ਤਾਂ ਰੀਝ ਕੇ ਦਿੰਦਾ, ਰੀਝ ਕੇ। ਦਸਮ ਪਾਤਸ਼ਾਹ ਕ੍ਰਿਸ਼ਨ ਅਵਤਾਰ 'ਚ ਲਿਖਦੇ ਨੇ ਰੀਝ ਕੈ ਦਾਨ ਦਿਓ ਜਿਨ ਕੋ ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਹਨੂੰ ਗੁਰੂ ਪਰਮੇਸ਼ਰ ਰੀਝ ਕੇ ਦਿੰਦਾ ਉਹਨੂੰ ਹੋਰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਰਹਿੰਦੀ। ਉਹਦਾ ਮਨ ਹੀ ਨਹੀਂ ਕਰਦਾ ਕਿਸੇ ਹੋਰ ਕੋਲੋਂ ਮੰਗਣ ਜਾਵਾਂ। ਰਹੀਮ ਸਤੋ ਰੋਜੀ ਦਿਓ ਹਰ ਦਿਆਰ। ਉਹ ਰਹਿਮ ਕਰਨ ਵਾਲਾ ਹੈ, ਰੋਜ਼ੀ ਦੇਣ ਵਾਲਾ ਹੈ, ਹਰ ਦਿਆਰ। ਹਰ ਦਿਆਰ ਕਹਿੰਦੇ ਮੁਲਕ ਨੂੰ, ਹਰ ਮੁਲਕ ਵਿੱਚ। ਇੱਥੇ ਆਪਾਂ ਆਏ ਆ ਕੈਨੇਡਾ ਵਿੱਚ, ਇੱਥੇ ਵੀ ਸਾਨੂੰ ਪ੍ਰਸ਼ਾਦਾ ਦੇ ਰਿਹਾ। ਜਦੋਂ ਆਪਾਂ ਪੰਜਾਬ ਵਿੱਚ ਸੀ ਉੱਥੇ ਵੀ ਦੇ ਰਿਹਾ ਸੀ। ਜਿਹੜੇ ਅਫਰੀਕਾ ਗਏ ਨੇ ਉੱਥੇ ਉਹਨਾਂ ਨੂੰ ਦੇ ਰਿਹਾ। ਜਿਹੜੇ ਪੱਥਰਾਂ 'ਚ ਪਹਾੜਾਂ ਵਿੱਚ ਜਦੋਂ ਅਸੀਂ ਹੇਮਕੁੰਟ ਸਾਹਿਬ ਵੱਲ ਜਾਈਦਾ ਤਾਂ ਬੜੇ ਹੈਰਾਨ ਹੋਈਦਾ ਵੀ ਇੱਥੇ ਕੀ ਖਾਂਦੇ ਹੋਣਗੇ ਲੋਕ। ਪਰ ਮਹਾਰਾਜ ਕਹਿੰਦੇ ਸੈਲ ਪੱਥਰ ਮੈਂ ਜਨਤੇ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਇੱਕ ਸਰਕਾਰ, ਕਿੱਡੀ ਵੱਡੀ ਸਰਕਾਰ, ਆਪਣੇ ਮੁਲਕ ਨੂੰ ਰੋਟੀ ਪੂਰੀ ਤਰ੍ਹਾਂ ਨਹੀਂ ਦੇ ਸਕਦੀ। ਕਈ ਵਾਰੀ ਬੇਵੱਸ ਹੋ ਜਾਂਦੀ, ਹੱਥ ਖੜੇ ਹੋ ਜਾਂਦੇ ਆ, ਬੜੇ ਤਰਲੇ ਕਰਨੇ ਪੈਂਦੇ ਆ ਸਮਾਜ। ਪਰ ਅਕਾਲ ਪੁਰਖ ਕੀੜਿਆਂ ਨੂੰ ਵੀ ਦੇ ਰਿਹਾ, ਪੰਛੀਆਂ ਨੂੰ ਵੀ ਦੇ ਰਿਹਾ, ਸਭ ਨੂੰ ਦੇ ਰਿਹਾ। ਉਹਦਾ ਸਿਸਟਮ ਉਹਦੇ ਕੋਲ ਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੀ ਸਰਕਾਰ ਉਹਦੀ ਹੈ। ਸਰਕਾਰ ਤਾਂ ਆਪਾਂ ਬਣਾਈ ਸਿਸਟਮ ਚਲਾਉਣ ਲਈ, ਇਹ ਵੀ ਅਕਾਲ ਪੁਰਖ ਦੀ ਆਗਿਆ ਅਨੁਸਾਰ ਹੀ ਸਾਨੂੰ ਬੁੱਧੀ ਦਿੱਤੀ ਵੀ ਏਦਾਂ ਕਰ ਲਓ। ਜਿਹੜਾ ਇਹ ਸਿਸਟਮ ਹੈ ਨਾ, ਇਹ ਵੀ ਅਕਾਲ ਪੁਰਖ ਨੇ ਹੀ ਸਾਡਾ ਕਾਇਮ ਕੀਤਾ ਹੋਇਆ। ਕਿਸੇ ਨੂੰ ਕੋਈ ਕੰਮ ਲਾਇਆ, ਕਿਸੇ ਨੂੰ ਕੋਈ ਕੰਮ ਲਾਇਆ, ਸਿਸਟਮ ਬਣਾਇਆ। ਇਹ ਵੀ ਉਹਨੇ ਬੁੱਧੀ ਦਿੱਤੀ ਤੇ ਬੁੱਧੀ ਨਾਲ ਸਰਕਾਰਾਂ ਬਣੀਆਂ, ਸਿਸਟਮ ਬਣੇ, ਪ੍ਰਬੰਧ ਬਣੇ। ਪਰ ਜੇ ਆਪਾਂ ਕਹੀਏ ਵੀ ਅਸੀਂ ਬਣਾ ਲਿਆ ਤਾਂ ਭੁਲੇਖਾ ਹੈ। ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ। ਮਹਾਰਾਜ ਕਹਿੰਦੇ ਹਰ ਦਿਆਰ, ਹਰ ਮੁਲਕ ਦੇ ਵਿੱਚ ਰੋਜ਼ੀ ਦੇਣ ਵਾਲਾ ਹੈ। ਕਿ ਸਾਹਿਬ ਦਿਆਰ ਹਸਤ ਆਜਮ ਅਜੀਮ। ਕਿ ਸਾਹਿਬ ਦਿਆਰ, ਫਿਰ ਦਿਆਰ ਸ਼ਬਦ ਆਇਆ। ਦਿਆਰ ਦਾ ਅਰਥ ਹੈ ਮੁਲਕ, ਸਾਰਿਆਂ ਮੁਲਕਾਂ ਦਾ ਬਾਦਸ਼ਾਹ ਹੈ ਉਹ।
ਸੰਸਾਰ ਦੇ ਵਿੱਚ ਕੋਈ ਅਮਰੀਕਾ ਦਾ ਬਾਦਸ਼ਾਹ, ਕੋਈ ਕੈਨੇਡਾ ਦਾ, ਕੋਈ ਹਿੰਦੁਸਤਾਨ ਦਾ, ਕੋਈ ਚੀਨ ਦਾ, ਕੋਈ ਅਫਰੀਕਾ ਦਾ, ਪਰ ਸਾਰੀ ਦੁਨੀਆ ਦਾ ਪਾਤਸ਼ਾਹ ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਹੀ ਹੈ। तुम हो सब राजन के राजा, तुम हो सब राजन के राजा। तुम हो सब राजन के राजा, तुम हो सब राजन के राजा। आपे आप गरीब निवाजा, आपे आप गरीब निवाजा। राजन के राजा, महाराजन के महाराजा, ऐसो राज छोड़ और दूजा कौन ध्याई है। वो अकाल पुरख वाहिगुरु साहिब दयार अस्त सारिया मुल्कां दा मालक है। ਇਹ ਮੁਲਕ ਤਾਂ ਚਲੋ ਧਰਤੀ ਤੇ ਹਨ, ਜਿਹੜੇ ਹੋਰ ਖੰਡਾਂ ਬ੍ਰਹਮੰਡਾਂ ਦੇ ਮੁਲਕ ਹਨ ਉਹਦਾ ਤੇ ਅਜੇ ਸਾਨੂੰ ਪਤਾ ਹੀ ਨਹੀਂ ਲੱਗਾ, ਪਰ ਪਰਮੇਸ਼ਰ ਉਹਨਾਂ ਦਾ ਵੀ ਮਾਲਕ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਸਤਗੀਰ ਦੇ ਬੇਟੇ ਨੂੰ ਦਿਖਾਇਆ ਸੀ ਨਾ, ਬ੍ਰਹਮੰਡ ਕਰੋੜਾਂ ਬ੍ਰਹਮੰਡ ਦਿਖਾਏ ਸੀ, ਤੇ ਉਹ ਵਾਪਸ ਆ ਕੇ ਕਹਿਣ ਲੱਗਾ, ਬਾਪੂ ਜਿੱਥੇ ਵੀ ਅਸੀਂ ਗਏ ਆ ਨਾ ਉੱਥੇ ਗੁਰੂ ਨਾਨਕ ਦੇ ਸਿੱਖ ਬੈਠੇ ਵੇਖੇ ਨੇ। ਉਹ ਸੂਰਜ ਪ੍ਰਕਾਸ਼ ਭਾਈ ਨਾਨਕ ਪ੍ਰਕਾਸ਼ ਭਾਈ ਸੰਤੋਖ ਨੇ ਲਿਖਿਆ, ਜੈ ਤੈ ਇਨਕੀ ਸੰਗਤ ਹੇਰੀ। ਜਿੱਥੇ ਜਿੱਥੇ ਗਏ ਗੁਰੂ ਨਾਨਕ ਦੇ ਉੱਥੇ ਕੀਰਤਨ ਹੋ ਰਿਹਾ, ਉੱਥੇ ਸੇਵਾ ਕਰਨ ਵਾਲੇ ਉੱਥੇ ਬੈਠੇ ਨੇ। ਇਹ ਤੇ ਕਰੋੜਾਂ ਬ੍ਰਹਮੰਡਾਂ ਦੀਆਂ ਖੇਡਾਂ ਨੇ ਗੁਰੂ ਨਾਨਕ ਦੀਆਂ। ਅਸੀਂ ਤਾਂ ਛੋਟੀ ਸੋਚ ਨਾਲ ਦੇਖਦੇ ਹਾਂ, ਸਾਡੀ ਨਿਗਾਹ ਛੋਟੀ ਹੈ, ਸਾਡੀ ਸੋਚ ਛੋਟੀ ਹੈ। ਉਹ ਬਹੁਤ ਵੱਡੀ ਖੇਡ ਹੈ, ਅਸਚਰਜ ਹੈ ਕਿ ਸਾਹਿਬ ਦਿਆਰ ਅਸਤ ਆਜ਼ਮ ਅਜ਼ੀਮ। ਉਹ ਪਰਮਾਤਮਾ ਵੱਡਿਆਂ ਤੋਂ ਵੱਡਾ, ਆਜ਼ਮ ਵੱਡਾ ਹੈ, ਅਜ਼ੀਮ ਸ਼ਖਸੀਅਤ ਹੈ ਉਹਦੀ। ਸਾਡੀ ਸ਼ਖਸੀਅਤ ਸੀਮਤ ਹੈ, ਛੋਟੀ ਹੈ, ਉਹਦੀ ਸ਼ਖਸੀਅਤ ਅਜ਼ੀਮ ਸ਼ਖਸੀਅਤ ਹੈ, ਬਹੁਤ ਵੱਡਾ ਹੈ। के हुस्नल जमाल अस्त राजक रहीमा। सोहना जो सोहना है, हुस्नल जमाल अस्त, ਉਹਦੇ ਵਰਗਾ ਹੁਸਨ ਕਿਸੇ ਕੋਲ ਨਹੀਂ ਹੈ। तेरे पंके लोयण दंत रिसाला, सोने नक जिन लंबड़े वाला। इन्ना तू सोहना है, तेरी नक बड़ी सोहनी है, तेरिया अखां बड़ियां सोहनियां ने, तेरे वाल बड़े सोहने ने, लम्मे लम्मे, तू बहुत ही सोहना है। साध संगत जी, भाई संतोख सिंह ने गुरु तेग बहादुर साहब जी की उस्तत एक बख्श किया। ਉਹ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਸੋਹਣੇ ਸਨ, ਬਾਹਲੇ ਹੀ ਸੋਹਣੇ ਸਨ, ਕਿਉਂਕਿ ਛੇਵੇਂ ਪਾਤਸ਼ਾਹ ਵੀ ਬੜੇ ਸੁੰਦਰ ਸਨ ਤੇ ਅੱਗੋਂ ਉਹਨਾਂ ਦੇ ਪੁੱਤਰ ਕਿਹੜਾ ਘੱਟ ਹੋਣਗੇ। ਉਹਨਾਂ ਨੇ ਇੱਕ ਵਚਨ ਕਿਹਾ, ਕਹਿੰਦੇ ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਕਹਿੰਦੇ ਜਿਹਨੂੰ ਬਹੁਤ ਸੋਹਣਾ ਕਹਿਣਾ ਹੋਵੇ ਨਾ, ਬਾਹਲਾ ਹੀ ਉਹਨੂੰ ਉਪਮਾ ਦੇਣੀ ਹੋਵੇ ਵੀ ਬਹੁਤ ਬੰਦਾ ਸੋਹਣਾ, ਕਹਿੰਦੇ ਤੇਰਾ ਚੰਨ ਵਰਗਾ ਮੁਖੜਾ ਹੈ। ਸਭ ਤੋਂ ਸੋਹਣਾ ਕਹਿੰਦੇ ਚੰਦਰਮਾ ਵਰਗਾ ਮੁਖੜਾ ਕਹਿ ਦਿੰਦੇ ਆ, ਪਰ ਗੁਰੂ ਤੇਗ ਬਹਾਦਰ ਸਾਹਿਬ ਮੈਂ ਤੁਹਾਨੂੰ ਚੰਨ ਵਰਗਾ ਨਹੀਂ ਕਹਿ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਚੰਨ ਦੇ ਉੱਤੇ ਕਲੰਕ ਲੱਗਾ ਹੋਇਆ, ਧੱਬੇ ਪਏ ਹੋਏ ਨੇ, ਡੱਬ ਖੜੱਬਾ ਹੈ। ਤੇ ਸਾਹਿਬ ਜੀ ਤੁਸੀਂ ਨਿਕਲੰਕ ਹੋ, ਤੁਹਾਡੇ ਚਿਹਰੇ ਤੇ ਕਲੰਕ ਕੋਈ ਨਹੀਂ। ਤੇ ਪਾਤਸ਼ਾਹ ਜੇ ਕਿਤੇ ਵਿਚਾਰਾ ਚੰਨ ਨਿਸ਼ਕਲੰਕ ਹੁੰਦਾ, ਉਹ ਤੁਹਾਡੇ ਮੁਖ ਦੇ ਬਰਾਬਰ ਹੋ ਜਾਂਦਾ, ਪਰ ਵਿਚਾਰਾ ਚੰਨ ਵੀ ਤੁਹਾਡੇ ਜਿਹਾ ਸੋਹਣਾ ਹੋ ਨਹੀਂ ਸਕਦਾ, ਐਨੇ ਸੋਹਣੇ। ਅਕਾਲ ਪੁਰਖ ਹੁਸਨਲ ਜਮਾਲ ਹੈ, ਬੜਾ ਹੀ ਸੋਹਣਾ ਹੈ। ਉਹਦੇ 10 ਰੂਪ ਜਿਹੜੇ ਅਵਤਾਰ ਪ੍ਰਗਟ ਹੋਏ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਵੀ ਹੁਸਨਲ ਜਮਾਲ ਹੀ ਸਨ। ਤੇ ਸਾਧ ਸੰਗਤ ਜੀ, ਜਿਹੜਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਕੁੰਜੀ ਪਕੜ ਲਵੇ, ਅੰਦਰਲੀ ਗੱਲ ਹੈ, ਉਹਨੂੰ ਜੋਤ ਦੇ ਦਰਸ਼ਨ ਹੁੰਦੇ ਆ ਜਿਹੜੀ ਸਾਡੇ ਅੰਦਰ ਬੋਲ ਰਹੀ ਆਤਮਾ, ਤੇ ਫਿਰ ਸਾਰਿਆਂ 'ਚ ਫਿਰ ਉਸੇ ਨਸ਼ੇ 'ਚੋਂ ਰੰਗਿਆ ਜਾਂਦਾ, ਫਿਰ ਉਹਨੂੰ ਉਹ ਹੁਸਨ ਚੜ੍ਹਦਾ ਅਕਾਲ ਪੁਰਖ ਦਾ, ਉਹ ਸੁੰਦਰਤਾ ਜਿਹੜੀ ਸੰਸਾਰ ਦੇ ਲੋਕਾਂ ਨੂੰ ਨਸੀਬ ਨਹੀਂ ਹੁੰਦੀ।
ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਕਲਗੀਧਰ ਜੀ, ਜੇ ਮੈਂ ਸਾਰੀ ਦੁਨੀਆ ਦੀ ਸੁੰਦਰਤਾ ਇਕੱਠੀ ਕਰਾਂ ਤੇ ਮੈਨੂੰ ਸਾਰੀ ਦੁਨੀਆ ਦਾ ਹੁਸਨ ਇਕੱਠਾ ਕਰਕੇ, ਸਾਰੇ ਸੋਹਣਿਆਂ ਦਾ ਸੁਹੱਪਣ ਇਕੱਠਾ ਕਰਕੇ ਤੇ ਤੁਹਾਡੇ ਪੈਰ ਦਾ ਨੋਹ ਬਣਾਉਣ ਲੱਗਾ ਤੇ ਤੁਹਾਡੇ ਪੈਰ ਦਾ ਨੋਹ ਵੀ ਨਹੀਂ ਬਣਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸੁੰਦਰ ਹੈ ਕਾਲ, ਜੋਤ ਸਰੂਪ ਹੈ। ਸੋ ਹੁਸਨਲ ਜਮਾਲ ਅਸਤ, ਉਹਦਾ ਹੁਸਨ ਬੜਾ ਹੈ। ਰਾਜ਼ਕ ਰਹੀਮ, ਰਿਜ਼ਕ ਦੇਣ ਵਾਲਾ, ਉਹ ਸਾਨੂੰ ਤਾਂ ਬਈ ਰਿਜ਼ਕ ਨਾਲ ਮਤਲਬ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਰੱਬ ਦੇ ਨੇੜੇ ਹੋਣਾ ਹੈ, ਇੰਨੀ ਗੱਲ ਹੀ ਸਮਝ ਲਿਆ ਕਰੋ ਵੀ 2 ਟਾਈਮ ਰੋਟੀ ਦਿੰਦਾ ਕਿ ਨਹੀਂ ਦਿੰਦਾ ਸਾਨੂੰ। ਜਦੋਂ ਪ੍ਰਸ਼ਾਦਾ ਛਕਣ ਲੱਗੀਏ ਉਦੋਂ ਕਹਿ ਦਈਏ, ਮਹਾਰਾਜ ਸ਼ੁਕਰ ਹੈ ਤੇਰਾ, ਤੇਰੀ ਕਿਰਪਾ ਨਾਲ ਆ ਬੁਰਕੀ ਮਿਲਦੀ ਹੈ। ਜੇ ਸਾਧ ਸੰਗਤ ਜੀ ਕਿਸੇ ਨੂੰ ਰੋਟੀ ਨਾ ਮਿਲੇ, ਵੈਸੇ ਤਾਂ ਰੱਬ ਦਿੰਦਾ, ਪਰ ਜੇ ਇੱਕ ਅੱਧਾ ਦਿਨ ਮੰਨ ਲਓ ਰੋਟੀ ਤੋਂ ਬਿਨਾਂ 10 ਮਿੰਟ ਰੋਟੀ ਲੇਟ ਹੋ ਜਾਵੇ, ਕੀ ਹਾਲ ਹੁੰਦਾ। ਕਿਸੇ ਵਿਦਵਾਨ ਨੇ ਲਿਖਿਆ, ਭੁੱਖ ਵਰਗਾ ਦੁੱਖ ਨਹੀਂ ਕੋਈ। ਬੜਾ ਵੱਡਾ ਦੁੱਖ ਹੈ ਭੁੱਖ ਦਾ। ਪਰਮਾਤਮਾ ਸਾਰਿਆਂ ਨੂੰ ਰੋਜ਼ੀ ਦਿੰਦਾ, ਭੁੱਖਾ ਰਹਿਣ ਨਹੀਂ ਦਿੰਦਾ। ਰੋਜ਼ੀ ਰਾਜ਼ਕ ਰਹੀਮ, ਰਹਿਮ ਕਰਦਾ ਜੇ, ਫਿਰ ਬਹੁਤ ਰਹਿਮ ਕਰਦਾ ਜੇ। ਹਾਂਜੀ, ਕਿ ਸਾਹਿਬ ਸੌਰ ਅਸਤ ਅਜਿਜ ਨਿਵਾਜ। ਸ਼ਊਰ ਕਹਿੰਦੇ ਆ ਅਕਲ ਨੂੰ, ਸੋਝੀ ਨੂੰ। ਜਿਵੇਂ ਆਪਾਂ ਪ੍ਰਾਪਤ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੋਣਾ, ਮਾਲਵੇ 'ਚ ਵੀ ਬੋਲ ਦਿੰਦੇ ਆ, ਮਾਝੇ 'ਚ ਇਹਨੂੰ ਸੂਰ ਕੋਈ ਨਹੀਂ ਆ, ਅਕਲ ਕੋਈ ਨਹੀਂ। ਇਹ ਬੰਦਾ ਬੜਾ ਸੂਰ ਵਾਲਾ ਹੈ, ਬੜਾ ਸਮਝ ਵਾਲਾ ਹੈ। ਇਹ ਤਾਂ ਕਹਿੰਦੇ ਨਾ, ਮਹਾਰਾਜ ਕਹਿੰਦੇ ਕਿ ਸਾਹਿਬ ਸ਼ਊਰ ਅਸਤ, ਵਾਹਿਗੁਰੂ ਜਿਹੜਾ ਹੈ ਉਹ ਅਕਲ ਦਾ ਖਜ਼ਾਨਾ ਹੈ। ਅਕਲ ਦਾ ਖਜ਼ਾਨਾ। ਰੋਜ਼ ਜਾਪ ਸਾਹਿਬ ਪੜ੍ਹਦੇ ਕਿ ਸਾਹਿਬ ਦਿਮਾਗ ਹੈ। ਇਹ ਜਿਹੜੀ ਛੋਟੀ ਜਿਹੀ ਡੱਬੀ ਪਾਈ ਹੈ ਨਾ, ਐਡੀ ਸਾਰੀ ਬੰਦੇ ਦੇ ਸਿਰ ਦੇ ਵਿੱਚ, ਖੋਪਰੀ ਦੇ ਵਿੱਚ, ਇਹ ਬੜੀ ਵੱਡੀ ਚੀਜ਼ ਹੈ। ਐਡੀ ਸਾਰੀ ਹੈ। ਕੰਪਿਊਟਰ ਬਣਾਤਾ, ਇੰਟਰਨੈਟ ਬਣਾਤਾ, ਬੰਦੇ ਨੇ ਥੋੜਾ ਬਣਾਇਆ। ਐਵੇਂ ਕਹੀ ਜਾਂਦੇ ਬੰਦੇ ਨੇ ਬਣਾਇਆ। ਜੇ ਬੰਦੇ 'ਚ ਰੱਬ ਨੇ ਕਲਾ ਪਾਈ ਹੈ ਤਾਂ ਬਣਾਇਆ, ਜੇ ਨਾ ਪਾਉਂਦਾ ਕੁਛ ਵੀ ਨਹੀਂ ਸੀ ਬਣਾ ਸਕਦੇ ਆਪਾਂ। ਅਸੀਂ ਇਸ ਮਿੱਟੀ 'ਚੋਂ ਪੈਦਾ ਹੋਏ, ਮਿੱਟੀ ਦੇ ਢੇਲੇ ਹਾਂ। ਪਰ ਜੋ ਕੁਝ ਅਸੀਂ ਵੱਡਾ ਸਮਝੀ ਬੈਠੇ ਹਾਂ, ਉਹਦੀ ਜੋਤ ਦੇ ਆਸਰੇ ਹੈ। ਜੋਤ ਦੇ ਆਸਰੇ ਹੈ। ਉਹ ਅਕਲ ਬੁੱਧੀ ਆਪ ਬਣਿਆ, ਸਾਡੇ ਅੰਦਰ ਬੈਠਾ ਹੋਇਆ ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ। ਜਾਪ ਸਾਹਿਬ ਅੱਜ ਕੱਲ੍ਹ ਜਿਹਨੂੰ ਮੂੰਹ ਨਹੀਂ ਧੋਣਾ ਆਉਂਦਾ, ਉਹ ਜਾਪ ਸਾਹਿਬ ਦੇ ਕਿੰਤੂ ਕਰਨ ਲੱਗ ਪਏ। ਸਾਧ ਸੰਗਤ ਜੀ, ਜਾਪ ਸਾਹਿਬ ਦੇ ਅੰਦਰ ਖੁੱਭਣਾ ਬੜਾ ਔਖਾ ਹੈ। ਕਿਸੇ ਆਮ ਛੋਟੇ ਮੋਟੇ ਕਵੀ ਦੀ ਕਵਿਤਾ ਨਹੀਂ ਸਮਝ ਨਹੀਂ ਆਉਂਦੀ। ਮੈਂ ਭਾਈ ਵੀਰ ਸਿੰਘ ਜੀ ਦੀਆਂ ਕਵਿਤਾ ਸੁਣਾਉਣਾ, ਕਈ ਐਸੀਆਂ ਤੁਸੀਂ ਉਹਦੇ ਅਰਥ ਕਰੋ, ਨਹੀਂ ਹੋਣੇ। ਕਿਉਂ? ਸਾਡਾ ਅੰਤਸ਼ਕਰਨ ਮਲੀਨ ਹੈ। ਅਸੀਂ ਪਦਾਰਥਾਂ 'ਚ ਖੁੱਭੇ ਹੋਏ ਹਾਂ, ਵਿਸ਼ਿਆਂ 'ਚ ਖੁੱਭੇ ਹੋਏ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਗਵਈਏ ਆ ਗਏ, ਗਾਉ ਤੁਰਦੇ ਫਿਰਦੇ ਪਿੰਡਾਂ 'ਚ ਗਾਉਂਦੇ। ਮਹਾਰਾਜ ਕਹਿੰਦੇ, ਆਓ ਭਾਈ ਕੋਈ ਸੁਣਾਓ ਕੋਈ ਗੱਲ। ਉਹਨਾਂ ਨੇ ਗੋਪੀ ਚੰਦ ਦਾ ਕਿੱਸਾ ਸੁਣਾਤਾ। ਕਈ ਸਿੰਘ ਗਰਮ ਹੁੰਦੇ ਬੜੇ, ਕਹਿੰਦੇ ਬੰਦ ਕਰੋ ਬੰਦ ਕਰੋ, ਗੁਰੂ ਦੇ ਦਰਬਾਰ 'ਚ ਕੱਚੀ ਬਾਣੀ। ਮਹਾਰਾਜ ਕਹਿੰਦੇ ਸਿੰਘੋ ਗੁੱਸਾ ਨਾ ਕਰੋ, ਸੁਣੋ। ਕਹਿੰਦੇ ਜੀ ਕੱਚੀ ਬਾਣੀ ਗਾਣ ਲੱਗ ਪਏ। ਮਹਾਰਾਜ ਕਹਿੰਦੇ ਭਾਈ ਸੱਚੀ ਬਾਣੀ ਤਾਂ ਸੱਚੀ ਬਾਣੀ ਹੈ, ਪਰ ਜਿਹੜਾ ਇਹ ਕਿੱਸਾ ਸੁਣਾ ਰਹੇ ਨਾ ਗੋਪੀ ਚੰਦ ਦਾ, ਉਹਨੇ 365 ਜਨਾਨੀਆਂ ਸੋਹਣੀਆਂ ਤੋਂ ਸੋਹਣੀਆਂ ਘਰ ਛੱਡੀਆਂ ਸੀ। ਤੁਹਾਡੀ ਕਾਣੀ ਜੀ ਹੁੰਦੀ ਹੈ, ਘਰ ਨੂੰ ਭੱਜਦੇ ਹੋ। ਆਖੋ ਸਤਨਾਮ ਸ੍ਰੀ। ਏਦਾਂ ਹੀ 100 ਸਾਖੀ 'ਚ ਬਚਨ ਹੋਏ। ਕਾਣੀ ਜੀ ਜਨਾਨੀ ਦਾ ਮੋਹ ਨਹੀਂ ਤੁਸੀਂ ਛੱਡ ਸਕਦੇ। ਤੇ ਉਹ 365 ਰਾਣੀਆਂ ਛੱਡ ਕੇ ਟੁਰ ਗਿਆ ਸੀ ਜੰਗਲ ਤਪ ਕਰਨ, ਪਦਮਣੀਆਂ। ਅਸੀਂ ਉਹ ਮਹਾਂਪੁਰਸ਼ ਦੀ ਗੱਲ ਸੁਣ ਰਹੇ ਹਾਂ, ਧਿਆਨ ਨਾਲ ਸੁਣ ਲਓ, ਬਹਿ ਕੇ ਟਿਕ ਜਾਓ। ਇੱਕ ਵਾਰੀ 10ਵੇਂ ਪਾਤਸ਼ਾਹ ਨੂੰ ਸਿੰਘ ਕਹਿੰਦੇ, ਮਹਾਰਾਜ ਐਤਕੀ ਮੇਲੇ ਤੇ ਸੰਗਤ ਬੜੀ, ਤੁਹਾਡੇ ਸਿੱਖ ਬੜੇ ਆਏ ਆ। ਮਹਾਰਾਜ ਹਾਸੀ 'ਚ ਗੱਲ ਪਾ ਕੇ ਕਹਿੰਦੇ, ਸਿੱਖ ਆਪਣੀਆਂ ਸਿੱਖਣੀਆਂ ਦੇ ਹੋਣਗੇ, ਮੇਰੇ ਕਾਹਨੂੰ ਹੋਣ। ਪੰਜਾਬੀ ਦੇ 2 ਅਰਥ ਨਿਕਲ ਆਉਂਦੇ ਆ। ਅਖੇ ਜੀ ਇਹ ਸਿੱਖਣੀ ਕਿਹਦੀ ਹੈ?
एक तो भी गुरु की सिखनी है, पर आम बोली ये फलाने सिख की सिखनी है, ये किहदी सिंघनी है। अजकल सिंघनी कहते, पहला सिखनी कहते सी। किहदी सिंघनी की कवांगे, आख जी फलाने सिंह दी। ते सिख कहदा ये फलानी दा। महाराज कहते सिख सिखनियां दे होण मेरे क्यों होण। हो बेचारे समझ ना आई सिखां नूं। लै महाराज जी सिख ते गुरु दे हुंदे आ, इन्ने आए मेला भरिया पिया। महाराज कहते मेरे कोई नहीं। वो कहते महाराज समझ नहीं आई। कहते समझा दिंदे आ। मेला सी बड़ा तगड़ा, हज़ारां लोग आए सी। मेला समाप्त होया तो महाराज ने फौज नूं कहता भी श्री आनंदपुर साहब का आला दुआला सारे रस्ते ब्लॉक कर दो, कोई नहीं जाएगा जिन्ना चਿਰ साडी आग्या नहीं, इत्थे ही रहना सारिਆਂ। हुण जिहड़ा मेला लंघ गया सी, घर जाना सी सारिਆਂ ने, किसी ने दुकान खोलनी सी, किसी दी पैड़ी नूं पानी लाना सी, किसी ने वाढी करनी सी। वो कहंदे महाराज फस गए बुरे तरह सा। एक दो दिन कढ़े औखे सौखे, महाराज को जान, महाराज छुट्टी दे देंदे। महाराज कहंदे भाई टिके रहो, तुहानूं आर्डर नहीं, बैठे रहो। 2-3 दिन लंघे। तीजे के दिन लाहौर वाले बड़े चलाक हुंदे सी, कहण लगे एक बुढ़ा विच, कहंदा मैं तुहानूं काका जुगती दसदा, सारे निकल चलांगे। काके कहंदे दस बापू। कहंदा मैं साह घुट के लम्मा पै जाना, चिट्टी चादर मेरे ते पा दिओ, मोढे ते रख के मंजा पढ़ते चलो भी सेवक की ओढ़क निभी प्रीत, सेवक की ओढ़क निभी प्रीत, ढोलकियां छैणियां नाल संस्कार करन दा बना लो रूप ते लै चलो मैनू। सतगुरु महाराज कलगीधर दीवान सजाई बैठे आ, वो परों दी लंघी जाते हैं, बाबे नूं मोढे धर ओदी बना के दीवान मंजा चुकिया। महाराज कहते भाई किहड़ा सिख चढ़ाई कर गया। आखे जी लाहौर वालियां दा एक बजुर्ग चढ़ाई कर गया। महाराज कहते ओ बजुर्ग साडा सेवक सी ते सानू मत्था तां टिका जाओ जरा, लै आओ उहनूं इत्थे। वो लै आए। इधर महाराज ने लांगरी नूं इशारा कर छड्डिया भी जदों ये नेड़े लिया के रखणगे, बलदे बलदे कोले लंगर चों लिया के थल्ले रख देई। वो लांगरी ने फटाफट वड्डा कड़छा कोलियां दा, बलदी अग, वो लिया के बाबा लम्मा पाया। महाराज कहते की होया। उहदे मुंडे कहते बापू चंगा भला सी जी, राती चाले मार गया। उन्हें लिया के लांगरी ने जदों कोले रखे, बापू मार के छाल खड़ा हो गया। महाराज कहते देखो भी साडे दर्शनां दा प्रताप, मुर्दा जिंदा हो गया। फिर सिंघां नूं बुला लिया, कहते आओ तुसीं कहंदे सी ना गुरु दे सिख, गुरु दे सिख मेले ते ही सी। आखो सतनाम श्री वाहिगुरू। ये विरलियां दी खेड हुंदी है, मेला ही है दुनिया दा। सिख बनना औखा है, सिखणियां दे सिख ने। सो खालसा जी पदार्थां दे विषय वासना च फसे होए आपां गुरु साहब दी बाणी ते किंतु करिए, सानू की हक है। उन्होंने पुत्र वार ते अपना कुत्ता नहीं मरवा सकते असीं। उन्हां दी गल की समझ आएगी सानू। वड्डियां दी खेड वड्डी है। साहब सच्चे पातशाह महाराज कहते हैं कि साहिब शऊर अस्त आजिज निवाज, वो दिमाग दा भंडार है, बुद्धि दा खजाना है, ते आजिज दुखी बंदियां नूं निवाजन वाला है। इस दुनिया का एक रिवाज जे, माफ कर दिया जे, सारे भरे नूं भरदे ने, भरे नूं भरदे ने, गरीब नूं कोई नहीं कुछ दे के राजी। किते भी चले जाओ, गुरुद्वारे विच झाड़ू उत्थे मारना जिथे सारे मारदे ने। निशान साहब दे थड़े ते सारे बाल्टियां पानी डोली जाते हैं, पिछले पासे जाके गुरुद्वारे दे किसे नहीं झाड़ू मारना। देखा देखी चलदा काम। बंदा भी वेख लेना भी तगड़ा बंदा, चलो इनू जल पानी छका दो। जे गरीब है तो उन्होंने पानी भी नहीं, ते रजे नू होर जाई जाओ। ये संसार की खेड है। पर परमात्मा इदा नहीं करता। वो गरीब तो गरीब नू, मरे तो मरे नू, डिगे तो डिगे नू फड़ लैंदा, पापी तो पापी नू भी बख्श देंदा। वो आजिज निवाज, आजिज मैंने दुखी होया, परेशान होया बंदा, हर पास्यों जेदी कोई बाह नहीं फड़दा। जिसका ना है कोय हाँ, तिसका प्रभु सोए हाँ।
ਉਹਦਾ ਰੱਬ ਬਣ ਜਾਂਦਾ ਰਾਖਾ। ਹਾਂਜੀ। ਗਰੀਬੁਲ ਪ੍ਰਸਤੋ ਗਨਿਮਲ ਗੁੰਦਾਜ। ਗਰੀਬੁਲ ਪ੍ਰਸਤੋ, ਉਹ ਗਰੀਬਾਂ ਨੂੰ ਪ੍ਰਸਤ, ਉਹਨਾਂ ਦੀ ਪ੍ਰਸਤੀ ਕਰਨ ਵਾਲਾ, ਪਾਲਣਾ ਕਰਨ ਵਾਲਾ ਗਰੀਬ ਪ੍ਰਸਤ ਹੈ, ਗਰੀਬ ਨਿਵਾਜ਼ ਹੈ। ਗਰੀਬ ਤੋਂ ਗਰੀਬ ਬੰਦੇ ਨੂੰ ਰੱਬ ਇਹ ਨਹੀਂ ਕਹੇਗਾ ਵੀ ਤੂੰ ਪਰਾਂ ਹੋ ਕੇ ਬਹਿ, ਇੱਥੇ ਅਮੀਰ ਨੇ ਮੇਰੇ ਕੋਲ ਬਹਿਣਾ ਹੈ। ਉਹਦੇ ਦਰਬਾਰ ਦੇ ਵਿੱਚ ਐਸੀ ਗੱਲ ਨਹੀਂ ਹੈ। ਗਰੀਬ ਵੀ ਉਹਦੇ ਓਨਾ ਹੀ ਨੇੜੇ ਆ ਜਿੰਨੇ ਅਮੀਰ ਨੇ। ਅਮੀਰ ਗਰੀਬ ਉਹਦੀ ਨਿਗਾਹ 'ਚ ਇੱਕੋ ਜਿਹੇ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਅਮੀਰਾਂ ਦਾ ਮਿੱਤਰ ਹੈ, ਅਕਾਲ ਪੁਰਖ ਗਰੀਬਾਂ ਦਾ ਮਿੱਤਰ ਹੈ। ਗਨੀਮੁਲ ਗੁਦਾਜ਼, ਗਨੀਮ ਕਹਿੰਦੇ ਵੈਰੀਆਂ ਨੂੰ, ਦੁਸ਼ਟਾਂ ਨੂੰ, ਪਾਪੀਆਂ ਨੂੰ, ਜ਼ਾਲਮਾਂ ਨੂੰ, ਅਤਿਆਚਾਰੀਆਂ ਨੂੰ ਗਨੀਮ ਕਹਿੰਦੇ। ਉਹ ਗਨੀਮਾਂ ਨੂੰ, ਵੈਰੀਆਂ ਨੂੰ, ਦੁਸ਼ਟਾਂ ਨੂੰ, ਜ਼ਾਲਮਾਂ ਨੂੰ ਨੱਥ ਪਾਣੀ ਜਾਣਦਾ। ਉਹ ਛਿੱਤਰ ਪਰੇਡ ਕਰਨੀ ਜਾਣਦਾ ਪਾਪੀਆਂ ਦੀ। ਉਹਦੇ ਅੱਗੇ ਭਾਵੇਂ ਰਾਵਣ ਹੋਵੇ, ਭਾਵੇਂ ਕੰਸ ਹੋਵੇ, ਭਾਵੇਂ ਹਰਨਾਕਸ਼ ਹੋਵੇ, ਕੋਈ ਬੁੱਕਤ ਨਹੀਂ। ਉਹਨੇ ਨੱਥ ਪਾ ਲਈ। ਹਰਨਾਕਸ਼ ਨੇ ਮੌਤ ਦੇ ਦਰਵਾਜ਼ੇ ਬੰਦ ਕੀਤੇ, ਕਿਸੇ ਸਿਆਣੇ ਵਕੀਲ ਦੀ ਸਲਾਹ ਲੈ ਲਈ। ਵਕੀਲਾਂ ਕੋਲ ਬੜੀ ਸਲਾਹ ਹੁੰਦੀ ਹੈ, ਬੜਾ ਕਾਨੂੰਨ ਜਾਣਦੇ ਨੇ। ਕਿਸੇ ਸਿਆਣੇ ਵਕੀਲ ਨੇ ਪੜ੍ਹਾਤਾ ਵੀ ਤੂੰ ਕਹਿ ਵੀ ਨਾ ਮੈਂ ਅੰਦਰ ਮਰਾਂ ਤੇ ਨਾ ਮੈਂ ਬਾਹਰ ਮਰਾਂ, ਨਾ ਮੈਂ ਜਲ ਵਿੱਚ ਮਰਾਂ ਨਾ ਮੈਂ ਥਲ ਵਿੱਚ ਮਰਾਂ, ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਤੇ ਮਰਾਂ, ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤੀ ਮਰਾਂ, ਨਾ ਮੈਂ ਕਿਸੇ ਸ਼ਸਤਰ ਨਾਲ ਮਰਾਂ ਨਾ ਮੈਂ ਕਿਸੇ ਅਸਤਰ ਨਾਲ ਮਰਾਂ। ਉਹਨੇ ਵਰ ਲੈ ਲਿਆ ਭਗਵਾਨ ਕੋਲੋਂ, ਸੁਤੰਤਰ ਹੋ ਗਿਆ, ਰੱਬ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਗਿਆ। ਸਾਰੇ ਕੰਮ ਉਹਨੇ ਕੀਤੇ ਜਿਹੜੇ ਨਹੀਂ ਸੀ ਕਰਨ ਵਾਲੇ। ਆਪਣੇ ਪੁੱਤਰ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਕਿ ਪੁੱਤਰ ਕਹਿੰਦਾ ਸੀ ਜਲੇ ਰਾਮ ਥਲੇ ਰਾਮ, ਉਹ ਕਹਿੰਦਾ ਸੀ ਆਖੋ ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਜਦੋਂ ਭਗਵਾਨ ਨਰਸਿੰਘ ਆਏ, ਉਹਨੂੰ ਚੁੱਕਿਆ, ਡਿਊਟੀ ਦੇ ਵਿਚਕਾਰ ਧਰਿਆ, ਪੱਟਾਂ ਤੇ ਰੱਖਿਆ। ਸੰਧਿਆ ਦਾ ਟਾਈਮ ਸੀਗਾ। ਕਹਿਣ ਲੱਗੇ ਦੇਖ ਹਰਨਾਕਸ਼, ਨਾ ਦਿਨ ਹੈ ਨਾ ਰਾਤ ਹੈ। ਸੰਧਿਆ, ਸੰਧੀ ਹੋ ਰਹੀ ਹੈ ਦਿਨ ਤੇ ਰਾਤ ਦੀ। ਨਾ ਦਿਨ ਹੈ ਨਾ ਰਾਤ ਹੈ, ਨਾ ਤੂੰ ਅੰਦਰ ਹੈ ਨਾ ਬਾਹਰ ਹੈ, ਡਿਊਟੀ ਦੇ ਵਿਚਕਾਰ ਹੈ। ਨਾ ਤੂੰ ਧਰਤੀ ਤੇ ਨਾ ਅਸਮਾਨ ਤੇ, ਮੇਰੇ ਪੱਟਾਂ ਤੇ ਹੈ। ਨਾ ਮੈਂ ਬੰਦਾ ਹਾਂ ਨਾ ਮੈਂ ਪਸ਼ੂ ਹਾਂ। ਨਰਸਿੰਘ ਅੱਧਾ ਮਨੁੱਖ ਅੱਧਾ ਜਾਂ ਸ਼ੇਰ। ਨਾ ਮੇਰੇ ਕੋਲ ਕੋਈ ਸ਼ਸਤਰ ਨਾ ਅਸਤਰ, ਨੋ ਹਨ। ਹੁਣ ਮੈਂ ਤੈਨੂੰ ਮਾਰਨ ਲੱਗਾ। ਜਿਹੜੇ ਵਰ ਦਿੱਤੇ ਸੀ ਉਹ ਪੂਰੇ ਹੀ ਨੇ। ਆਖੋ ਸ੍ਰੀ ਵਾਹਿਗੁਰੂ। ਪਰ ਮੌਤ ਹੋਰ ਦਰਵਾਜ਼ੇ ਤੋਂ ਵੀ ਆਣੀ ਆਣੀ ਹੈ, ਜਿੰਨੇ ਮਰਜ਼ੀ ਬੰਦ ਕਰ ਲਓ। ਮਾਰ ਦਿੱਤਾ। ਰਾਵਣ ਨੇ ਕੁੰਡ ਅੰਮ੍ਰਿਤਾ ਇੱਥੇ ਨਾਭੀ 'ਚ ਰੱਖ ਲਿਆ, ਕਾਲ ਪਾਵੇ ਨਾ ਬੰਨ ਲਿਆ। ਸਮਾਂ ਆਇਆ ਨਾਭੀ 'ਚ ਤੀਰ ਵੱਜਾ, ਖਤਮ ਹੋ ਗਿਆ। ਕੰਸ ਨੇ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਸਾਰੇ ਹੀਲੇ ਕੀਤੇ, ਪਰ ਕੰਸ ਮਾਰਿਆ ਗਿਆ ਭਗਵਾਨ ਜੀ ਦੇ ਹੱਥੋਂ। ਮਹਾਰਾਜ ਕਹਿੰਦੇ ਗਨੀਮੁਲ ਗੁਦਾਜ਼, ਗਨੀਮਾਂ ਨੂੰ ਨਹੀਂ ਛੱਡਦਾ, ਵੈਰੀਆਂ ਨੂੰ ਨਹੀਂ ਛੱਡਦਾ। ਔਰੰਗਜ਼ੇਬ ਭੱਜ ਜਿੱਥੇ ਭੱਜਣਾ। ਹੁਣ ਖਾਲਸਾ ਆ ਗਿਆ, ਹੁਣ ਤੈਨੂੰ ਭੱਜਣ ਥੋੜਾ ਦੇਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ, ਹਾਂਜੀ, ਸ਼ਰੀਅਤ ਪ੍ਰਸਤੋ ਫਜ਼ੀਲਤ ਮਾਇਆਬ। ਕਹਿੰਦੇ ਵਾਹਿਗੁਰੂ ਸ਼ਰੀਅਤ ਪ੍ਰਸਤ ਹੈ, ਮਰਿਆਦਾ ਦਾ ਬੜਾ ਪੱਕਾ ਹੈ। ਪਰਮੇਸ਼ਰ ਕਦੀ ਬੇਇਨਸਾਫੀ ਨਹੀਂ ਕਰਦਾ। ਜਿਹੜੇ ਬੰਦੇ ਧਰਮ ਦੇ ਰਾਹ ਤੇ ਤੁਰਦੇ ਨੇ, ਵਾਹਿਗੁਰੂ ਪਰਮੇਸ਼ਰ ਉਹਨਾਂ ਬੰਦਿਆਂ ਦੀ ਬਾਂਹ ਫੜਦਾ। ਸੱਚੇ ਰਾਹ ਤੇ ਤੁਰਨ ਵਾਲਿਆਂ ਦਾ ਉਹ ਮਦਦਗਾਰ ਹੈ। ਔਰ ਉਹ ਪਰਮਾਤਮਾ ਵਡਿਆਈਆਂ ਦੇਣ ਵਾਲਾ, ਵਡਿਆਈਆਂ, ਫਜ਼ੀਲਤ ਮੁਆਬ। ਜਿਹੜੇ ਬੰਦੇ ਵੱਲ ਨਿਗਾਹ ਕਰ ਦਿੰਦਾ ਉਹਨੂੰ ਵਡਿਆਈਆਂ ਵੱਡੀਆਂ ਦੇ ਦਿੰਦਾ। ਵੱਡੇ ਕੀਆਂ ਵਡਿਆਈਆਂ, ਕੁਛ ਕਹਿਣ ਨਾ ਜਾਏ, ਉਹਦੀਆਂ ਵਡਿਆਈਆਂ ਵੱਡੀਆਂ ਹਨ। ਹਕੀਕਤ ਨਾਸੋ ਨਬੀਓਲ ਕਿਤਾਬ। ਹਕੀਕਤ ਸ਼ਨਾਸ਼ੋ, ਉਹ ਸੱਚਾਈ ਨੂੰ ਪਛਾਣਦਾ, ਉਹ ਸੱਚਾਈ ਨੂੰ ਜਾਣਦਾ। ਕੋਰਟਾਂ ਕਚਹਿਰੀਆਂ ਵਿੱਚ ਤਾਂ ਸੱਚਾਈ ਬਿਆਨਾਂ ਤੇ ਵੇਖਣੀ ਹੈ। ਗਵਾਹ ਨੇ ਕੀ ਕਿਹਾ ਉਹ ਸੁਣ ਕੇ ਮੰਨ ਲੈਣਾ। ਪਰ ਰੱਬ ਤਾਂ ਆਪ ਹੀ ਜਾਣਦਾ। ਉਹਦੇ ਅੱਗੇ ਗਵਾਹੀ ਦੇਣ ਦੀ ਲੋੜ ਕੋਈ ਨਹੀਂ, ਉਹਨੂੰ ਸਭ ਪਤਾ। ਹਕੀਕਤ ਜਾਣਦਾ, ਉਹ ਸੱਚਾਈ ਜਾਣਦਾ। ਹਕੀਕਤ ਸ਼ਨਾਸੋ, ਸੱਚਾਈ ਜਾਣਨ ਵਾਲਾ। ਔਰ ਨਬੀਉਲ ਕਿਤਾਬ, ਜਿਹੜੇ ਨਬੀ ਪੁਰਸ਼ ਹੁੰਦੇ ਆ, ਅਵਤਾਰੀ ਪੁਰਸ਼ ਹੁੰਦੇ ਆ। ਮਾਨੋ ਸ੍ਰੀ ਰਾਮ ਚੰਦਰ
कृष्ण, मुहम्मद साहब, हजरत ईशा और जिन्ने अवतार होए ने, गुरु नानक साहब, गुरु गोबिंद सिंह, उन्होंने ਜਿਹੜੀਆਂ किताबां रचियां ने ਜਾਂ ਉਹਨਾਂ ਨੇ जो ज्ञान दिता उस रब तो आया। आखो श्री वाहिगुरू। नबी उल किताब, नबी अपने आप नहीं कुछ कर सकते, वो दिंदा है तो किताबां आउंदियां ने, कुरान वर्गियां, बाइबल वर्गियां, अंजील वर्गियां ते वेदां वर्गियां ते गुरु ग्रंथ साहब वर्गियां। जे रब ना देवे किसी नूं ते बंदा बोल ही नहीं सकता। जो कुछ ज्ञान, जे कोई कहे नबी भी मेरा ज्ञान है तो महाराज कहते गलत है। गुरु नानक साहब की कहते ने, सुनो, हम आपो बोल ना जान